ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हम संतन की रेन प्यारे, हम संतन की शरणा। संत हमारी ओट सताणी, संत हमारा गहना। हम संतन स्यों बन आई, पूरब लिखिया पाई। एह मन तेरा पाई, संतन स्यों मेरी लेवा देवी। संतन स्यों ब्योहारा, संतन स्यों हम लाहा खाटिया। हर भगत परे भंडारा। संतन मोको पूंजी सौंपी। गुरु प्यारी साध संगत जी, ਉਹ ਕਿਹੜੀ ਪੂੰਜੀ ਹੈ ਜਿਹੜੀ ਮਹਾਂਪੁਰਸ਼ ਸੌਂਪਦੇ ਹਨ? ਉਹ ਕਿਹੜਾ ਧਨ ਹੈ ਜਿਹੜਾ ਮਹਾਂਪੁਰਸ਼ ਦਿੰਦੇ ਨੇ? ਪਵਿੱਤਰ ਨਾਮ ਦਾ ਧਨ, ਜਿਹੜਾ ਇਸ ਲੋਕ ਵਿੱਚ ਵੀ ਅਤੇ ਫਿਰ ਪਰਲੋਕ ਵਿੱਚ ਵੀ ਸਹਾਈ ਹੁੰਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ। ਸੰਤਨ ਮੋਕੋ ਪੂੰਜੀ ਸੌਂਪੀ ਤੋ ਉਤਰਿਆ ਮਨ ਕਾ ਧੋਖਾ। ਧਰਮ ਰਾਏ ਅਬ ਕਹਾ ਕਰੇਗੋ, ਜੋ ਫਾਟਿਓ ਸਗਲੋ ਲੇਖਾ। ਮਹਾ ਆਨੰਦ ਭਏ ਸੁਖ ਪਾਇਆ, ਸੰਤਨ ਕੈ ਪ੍ਰਸਾਦੇ। ਜਦੋਂ ਮਹਾਂਪੁਰਸ਼ਾਂ ਦੀ ਪੂਰਨ ਗੁਰੂ ਜਨਾਂ ਦੀ ਰਹਿਮਤ ਹੁੰਦੀ ਹੈ, ਮਹਾ ਆਨੰਦ ਭਏ ਸੁਖ ਪਾਇਆ, ਸੰਤਨ ਕੈ ਪ੍ਰਸਾਦੇ। ਕਹੋ ਨਾਨਕ ਹਰ ਸਿਉ ਮਨ ਮਾਨਿਆ, ਰੰਗ ਰਤੇ ਬਿਸਮਾਦੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਦੁਨੀਆ ਵਾਲਿਆਂ ਨਾਲ ਮੇਰੀ ਬਣ ਆਵੇ ਨਾ ਬਣ ਆਵੇ, ਪਰ ਉਹਨਾਂ ਨਾਲ ਮੇਰੀ ਸਦਾ ਬਣ ਆਵੇ, ਜੋ ਦਿਨ ਤੇ ਰਾਤ ਜਪਦੇ ਨੇ ਸਤਿਨਾਮ ਸ੍ਰੀ ਵਾਹਿਗੁਰੂ ਜੀ। ਕਿਹਨਾਂ ਨਾਲ ਮੇਰੀ ਬਣ ਆਵੇ? ਜਿਨ੍ਹਾਂ ਨੇ ਆਪਣੇ ਮਨ ਨੂੰ ਗੁਰੂ ਨਾਲ ਜੋੜ ਲਿਆ, ਜਿਹੜੇ ਗੁਰੂ ਨਾਲ ਇੱਕ ਮਿਕ ਹੋ ਗਏ ਨੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਕੀ ਬਖਸ਼ਿਸ਼ ਕਰਦੇ ਹਨ। ਸੰਤੈ ਚਰਨ ਹਮਾਰੋ ਮਾਥਾ, ਨੈਣ ਦਰਸ ਤਨ ਤੂਰ ਪਰੋ। ਐਸੀ ਕਿਰਪਾ ਮੋਹੇ ਕਰੋ। ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਮੇਰੇ ਤੇ ਐਸੀ ਕਿਰਪਾ ਕਰੋ, ਕੈਸੀ ਕਿ ਮਹਾਂਪੁਰਸ਼ਾਂ ਦੇ ਨਾਮ ਜਪਣ ਵਾਲਿਆਂ ਦੇ ਚਰਨ ਹੋਣ ਤੇ ਮੇਰਾ ਮਸਤਕ ਹੋਵੇ। ਪਾਤਸ਼ਾਹ ਬਖਸ਼ਿਸ਼ ਕਰਦੇ ਹਨ, ਨਾਮ ਜਪਣ ਵਾਲਿਆਂ ਦੀ ਚਰਨ ਧੂੜੀ ਸੁਰਮਾ ਬਣਾ ਕੇ ਮੈਂ ਆਪਣੀ ਅੱਖਾਂ ਵਿੱਚ ਪਾਵਾਂ। ਮੈਂ ਨਹੀਂ ਕਹਿ ਰਿਹਾ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। ਐਸੀ ਮਾਂਗ ਗੋਬਿੰਦ ਤੇ, ऐसी मांग गोविंद ते। टहल संतन की, संग साधु का, हर नामा जप परम गते। ਮਹਾਂਪੁਰਸ਼ਾਂ ਦਾ, ਸੰਤਾਂ ਮਹਾਤਮਾ ਦਾ ਸੰਗ ਹੋਵੇ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਅਨੇਕ ਬਾਰ ਕਰ ਬੰਧਨ ਸੰਤਨ। ਗੁਰੂ ਪਾਤਸ਼ਾਹ ਨੇ ਇਹ ਨਹੀਂ ਆਖਿਆ ਇੱਕ ਵਾਰ। ਪਾਤਸ਼ਾਹ ਕਹਿੰਦੇ ਨੇ, ਬਾਰੰਬਾਰ ਉਹਨਾਂ ਗੁਰੂਆਂ ਨੂੰ ਨਮਸਕਾਰ ਕਰ, ਮੱਥਾ ਟੇਕ। ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ, ਅਨੇਕ ਬਾਰ ਕਰ ਬੰਧਨ ਸੰਤਨ। ਕਿਉਂ? ਕਿਉਂਕਿ ਊਹਾਂ ਚਰਨ ਗੋਬਿੰਦ ਜੀ ਕੇ ਬਸਨਾ। ਸਾਧ ਸੰਗਤ, ਸੰਤ ਸ਼ਬਦ ਬੜਾ ਕਮਾਲ ਦਾ ਹੈ। ਜਿੱਥੇ ਸੰਸਾਰ ਦਾ ਅੰਤ ਹੁੰਦਾ ਹੈ, ਉੱਥੋਂ ਸੰਤ ਸ਼ੁਰੂ ਹੁੰਦਾ, ਆਰੰਭ ਹੁੰਦਾ। ਸੰਤਾਂ ਦੇ ਸੰਤ, ਸੰਤ ਕਬੀਰ ਜੀ, ਮਹਾਨ ਸੰਤ, ਸ਼੍ਰੋਮਣੀ ਸੰਤ, ਸੰਤ ਕਬੀਰ ਜੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਕਬੀਰ ਜੀ ਦੇ ਸਮੇਂ ਇੱਕ ਹੋਰ ਮਹਾਨ ਸੰਤ ਹੋਏ ਨੇ,
ਜਿਨ੍ਹਾਂ ਦਾ ਨਾਮ ਸੀ ਰਾਮ ਨਿਵਾਸ ਸ਼ਾਸਤਰੀ ਜੀ। ਬੜੇ ਹੀ ਵਿਦਵਾਨ, ਉੱਚ ਕੋਟੀ ਦੇ ਮਹਾਨ ਸੰਤ, ਵੇਦਾਂ ਦਾ ਬਹੁਤ ਗਿਆਨ। ਤੇ ਕਹਿੰਦੇ ਨੇ ਜਦੋਂ ਰਾਮ ਨਿਵਾਸ ਸ਼ਾਸਤਰੀ ਜੀ ਤੁਰਿਆ ਕਰਦੇ ਸਨ, ਕਾਸ਼ੀ ਦੇ ਰਹਿਣ ਵਾਲੇ ਸਨ, ਤੇ ਕਾਸ਼ੀ ਵਿੱਚ ਰਾਮ ਨਿਵਾਸ ਸ਼ਾਸਤਰੀ ਜਦੋਂ ਵੀ ਤੁਰਿਆ ਕਰਦੇ ਸਨ, ਦੋ ਸੇਵਕ ਇਹਨਾਂ ਦੇ ਅੱਗੇ ਜਲਦੀਆਂ ਹੋਈਆਂ ਮਸ਼ਾਲਾਂ ਲੈ ਕੇ ਤੁਰਿਆ ਕਰਦੇ ਸਨ, ਬਈ ਰਾਮ ਨਿਵਾਸ ਸ਼ਾਸਤਰੀ ਜੀ ਜਾ ਰਹੇ ਹਨ। ਤੇ ਸਾਧ ਸੰਗਤ, ਰਾਤ ਦੇ ਸਮੇਂ ਨਹੀਂ, ਦਿਨ ਦੇ ਸਮੇਂ ਵੀ ਜੇ ਰਾਮ ਨਿਵਾਸ ਸ਼ਾਸਤਰੀ ਕਿਧਰੇ ਜਾ ਰਹੇ ਨੇ, ਦੋ ਸੇਵਾਦਾਰ ਹਮੇਸ਼ਾ ਇਹਨਾਂ ਦੇ ਅੱਗੇ ਜਲਦੀਆਂ ਹੋਈਆਂ ਮਸ਼ਾਲਾਂ ਲੈ ਕੇ ਚੱਲਦੇ ਸਨ, ਬਈ ਗਿਆਨ ਦੇ ਸਾਗਰ ਰਾਮ ਨਿਵਾਸ ਸ਼ਾਸਤਰੀ ਜੀ ਜਾ ਰਹੇ ਨੇ। ਕਾਸ਼ੀ ਦੇ ਸੰਤਾਂ ਨੇ ਰਾਮ ਨਿਵਾਸ ਸ਼ਾਸਤਰੀ ਜੀ ਨੂੰ ਕਿਹਾ, ਠੀਕ ਹੈ, ਤੁਹਾਨੂੰ ਬਹੁਤ ਗਿਆਨ ਹੋ ਗਿਆ ਹੈ, ਅਸੀਂ ਮੰਨਦੇ ਹਾਂ ਤੁਸੀਂ ਮਹਾਨ ਸੰਤ ਹੋ, ਤੁਹਾਨੂੰ ਬਹੁਤ ਨੌਲੇਜ ਹੈ, ਪਰ ਸਭ ਤੋਂ ਵੱਡਾ ਸੰਤ ਤੇ ਅਸੀਂ ਕਬੀਰ ਨੂੰ ਹੀ ਮੰਨਦੇ ਹਾਂ, ਤੇ ਜੇ ਤੁਸੀਂ ਸ਼ਾਸਤਰਾਰਥ ਵਿੱਚ ਕਬੀਰ ਜੀ ਨੂੰ ਹਰਾ ਦਿਓ ਤੇ ਅਸੀਂ ਤੁਹਾਨੂੰ ਸ਼੍ਰੋਮਣੀ ਸੰਤ ਮੰਨਾਂਗੇ। ਰਾਮ ਨਿਵਾਸ ਸ਼ਾਸਤਰੀ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਜਿੱਥੇ ਇਤਨਾ ਗਿਆਨ ਹਾਸਿਲ ਕੀਤਾ ਹੈ ਉੱਥੇ ਕਬੀਰ ਜੀ ਨੂੰ ਵੀ ਹਰਾ ਦਾਂਗੇ, ਇਹ ਕਿਹੜੀ ਕੋਈ ਵੱਡੀ ਗੱਲ ਹੈ। ਰਾਮ ਨਿਵਾਸ ਸ਼ਾਸਤਰੀ ਜੀ ਅਗਲੇ ਦਿਨ ਕਬੀਰ ਜੀ ਦੀ ਕੁਟੀਆ ਪੁੱਜੇ। ਦੋ ਸੇਵਾਦਾਰ ਅੱਗੇ ਨਾਲ ਜਲਦੀਆਂ ਹੋਈਆਂ ਮਸ਼ਾਲਾਂ ਲੈ ਕੇ। ਸੇਵਾਦਾਰ ਖਲੋਤੇ ਬਾਹਰ, ਰਾਮ ਨਿਵਾਸ ਸ਼ਾਸਤਰੀ ਜੀ ਗਏ, ਬੂਹਾ ਖੜਖੜਾਇਆ। ਕਬੀਰ ਜੀ ਬੜੇ ਪ੍ਰੇਮ ਨਾਲ ਬੂਹਾ ਖੋਲ੍ਹਿਆ, ਤੇ ਜਦੋਂ ਵੇਖਿਆ ਕਿ ਰਾਮ ਨਿਵਾਸ ਸ਼ਾਸਤਰੀ ਜੀ ਆਏ ਨੇ, ਦੋਵੇਂ ਹੱਥ ਜੋੜ ਕੇ ਕਬੀਰ ਜੀ ਨੇ ਸਵਾਗਤ ਕੀਤਾ, ਜੀ ਆਇਆਂ ਨੂੰ, ਅੱਜ ਮੇਰੇ ਘਰ ਮਹਾਨ ਸੰਤ ਆਏ ਨੇ। ਜਲ ਪਾਣੀ ਛਕਾਇਆ ਤੇ ਫਿਰ ਕਬੀਰ ਜੀ ਵਿਚਾਰ ਕਰਨ ਲੱਗੇ। ਕਹਿੰਦੇ, ਬੜੇ ਵੱਡੇ ਭਾਗ ਮੇਰੇ ਕਿ ਆਪ ਜੀ ਦੇ ਚਰਨ ਇੱਥੇ ਪਏ। ਇਹ ਸੰਤਾਂ ਦੀ ਮਹਾਨਤਾ ਹੈ ਕਿ ਆਪਣੇ ਆਪ ਨੂੰ ਹਮੇਸ਼ਾ ਨੀਵਾਂ ਰੱਖਦੇ ਨੇ। ਤੇ ਗੁਰੂ ਪਿਆਰੀ ਸਾਧ ਸੰਗਤ, ਫਿਰ ਕਬੀਰ ਜੀ ਜਲ ਪਾਣੀ ਛਕਾ ਕੇ ਕਹਿਣ ਲੱਗੇ, ਹੁਕਮ ਕਰੋ ਸ਼ਾਸਤਰੀ ਜੀ, ਹੁਕਮ ਕਰੋ ਮੇਰੇ ਲਈ, ਮੈਂ ਕੀ ਸੇਵਾ ਕਰ ਸਕਦਾ। ਰਾਮ ਨਿਵਾਸ ਸ਼ਾਸਤਰੀ ਜੀ ਕਹਿਣ ਲੱਗੇ, ਮੈਨੂੰ ਗ੍ਰੰਥਾਂ ਦਾ ਪੂਰਾ ਗਿਆਨ ਹੈ, ਤੁਸੀਂ ਕੋਈ ਵੀ ਪ੍ਰਸ਼ਨ ਮੇਰੇ ਕੋਲੋਂ ਪੁੱਛ ਸਕਦੇ ਹੋ। ਕਬੀਰ ਜੀ ਆਖਣ ਲੱਗੇ, ਪਰ ਮੇਰਾ ਤਾਂ ਕੋਈ ਪ੍ਰਸ਼ਨ ਹੀ ਨਹੀਂ ਹੈ। ਰਾਮ ਨਿਵਾਸ ਸ਼ਾਸਤਰੀ ਜੀ ਕਹਿਣ ਲੱਗੇ, ਪਰ ਮੈਨੂੰ ਗਿਆਨ ਪੂਰਾ ਹੈ, ਮੈਂ ਸਮਰੱਥ ਹਾਂ, ਅਗਰ ਤੁਹਾਡਾ ਕੋਈ ਵੀ ਕੁਐਸਚਨ ਹੋਵੇ ਤੇ ਮੈਂ ਉਸ ਦਾ ਜਵਾਬ ਦੇ ਸਕਦਾ। ਕਬੀਰ ਜੀ ਆਖਣ ਲੱਗੇ, ਬਈ ਗੱਲ ਆਪ ਜੀ ਦੀ ਠੀਕ ਹੈ, ਪਰ ਜਦੋਂ ਮੇਰਾ ਕੋਈ ਪ੍ਰਸ਼ਨ ਹੀ ਨਹੀਂ ਹੈ ਤੇ ਮੈਂ ਕੀ ਪੁੱਛਾਂ। ਜਦੋਂ ਇਤਨੀ ਕੁ ਗੱਲ ਹੋਈ ਤੇ ਕਬੀਰ ਜੀ ਨੂੰ ਗੱਲ ਸਮਝ ਆ ਗਈ ਕਿ ਗੱਲ ਕੁਝ ਹੋਰ ਹੈ, ਤਾਂ ਪੁੱਛਣ ਲੱਗੇ। ਕਹਿੰਦੇ, ਸ਼ਾਸਤਰੀ ਜੀ ਹੁਕਮ ਕਰੋ, ਤੁਸੀਂ ਚਾਹੁੰਦੇ ਕੀ ਹੋ। ਰਾਮ ਨਿਵਾਸ ਸ਼ਾਸਤਰੀ ਜੀ ਕਹਿੰਦੇ, ਮੈਂ ਆਪ ਜੀ ਨੂੰ ਸ਼ਾਸਤਰਾਰਥ ਵਿੱਚ ਹਰਾਣਾ ਚਾਹੁੰਦਾ। ਤੇ ਕਬੀਰ ਜੀ ਮੁਸਕਰਾ ਪਏ, ਕਹਿੰਦੇ, ਬਸ ਇਤਨੀ ਕੁ ਜੀ ਗੱਲ ਹੈ, ਮੈਂ ਆਪਣੀ ਹਾਰ ਸਵੀਕਾਰ ਕਰਦਾ। ਰਾਮ ਨਿਵਾਸ ਸ਼ਾਸਤਰੀ ਜੀ ਕਹਿੰਦੇ, ਤੁਸੀਂ ਮੰਨਦੇ ਹੋ ਤੁਸੀਂ ਹਾਰ ਗਏ ਮੇਰੇ ਕੋਲੋਂ। ਕਬੀਰ ਜੀ ਕਹਿੰਦੇ, ਮੈਂ ਮੰਨਦਾ, ਮੈਂ ਹਾਰ ਗਿਆ। ਕਹਿੰਦੇ, ਬਸ ਫਿਰ ਠੀਕ ਹੈ। ਉੱਠੇ, ਨਮਸਕਾਰ ਕੀਤੀ ਤੇ ਚਲੇ ਗਏ। ਕਾਸ਼ੀ ਵਿੱਚ ਗਏ ਤੇ ਫਿਰ ਜਾ ਕੇ ਸਾਰੇ ਪੰਡਤਾਂ ਨੂੰ ਕਹਿਣ ਲੱਗੇ, ਬਈ ਕਬੀਰ ਜੀ ਨੇ ਆਪਣੀ ਹਾਰ ਸਵੀਕਾਰ ਕਰ ਲਈ। ਸਾਰੇ ਕਹਿਣ ਲੱਗੇ, ਵੀ ਮੰਨ ਲਿਆ ਉਹਨਾਂ ਨੇ ਹਾਰ। ਕਹਿੰਦੇ, ਜੀ ਹਾਂ ਮੰਨ ਲਿਆ। ਕਹਿੰਦੇ, ਅਸੀਂ ਕਿਵੇਂ ਮੰਨੀਏ, ਤੁਹਾਨੂੰ ਕੁਝ ਲਿਖ ਕੇ ਦਿੱਤਾ ਹੈ। ਕਹਿੰਦੇ, ਬਈ ਲਿਖ ਕੇ ਤਾਂ ਨਹੀਂ ਕੁਝ ਨਹੀਂ ਦਿੱਤਾ,
ਬਸ ਉਹਨਾਂ ਨੇ ਕਿਹਾ ਮੈਂ ਹਾਰ ਗਿਆ। ਅਤੇ ਫਿਰ ਕਿਸੇ ਨੇ ਕਿਹਾ, ਕਹਿੰਦੇ ਬਈ ਕੁਛ ਕਬੀਰ ਜੀ ਕੋਲੋਂ ਲਿਖਵਾ ਕੇ ਲਿਆਓ, ਕੋਈ ਰਿਟਨ ਪ੍ਰੂਫ ਹੋਵੇ, ਅਸੀਂ ਵੀ ਮੰਨੀਏ ਕਬੀਰ ਜੀ ਹਾਰ ਗਏ ਨੇ। ਕਹਿੰਦੇ ਠੀਕ ਹੈ, ਕੋਈ ਗੱਲ ਨਹੀਂ, ਮੈਂ ਅਗਲੇ ਦਿਨ ਲਿਖਵਾ ਕੇ ਲੈ ਆਣਾ। ਜਾਂ ਰਾਮ ਨਿਵਾਸ ਸ਼ਾਸਤਰੀ ਜੀ ਅਗਲੇ ਦਿਨ ਫਿਰ ਪੁੱਜੇ ਕਬੀਰ ਜੀ ਦੀ ਕੁਟੀਆ, ਬੂਆ ਖੜਖੜਾਇਆ, ਕਬੀਰ ਜੀ ਨੇ ਬੂਆ ਖੋਲ੍ਹਿਆ। ਕਬੀਰ ਜੀ ਕਹਿਣ ਲੱਗੇ, ਹੁਕਮ ਕਰੋ ਮਹਾਂਪੁਰਸ਼ੋ। ਜੀ ਆਇਆਂ ਨੂੰ ਆਖਿਆ। ਕਹਿੰਦੇ ਜੀ ਤੁਸੀਂ ਤਾਂ ਆਪਣੀ ਹਾਰ ਸਵੀਕਾਰ ਕਰ ਲਈ ਹੈ, ਪਰ ਬਾਕੀ ਕਾਸ਼ੀ ਦੇ ਜਿਹੜੇ ਪੰਡਤ ਹਨ ਉਹ ਮੰਨਦੇ ਨਹੀਂ ਨੇ। ਤੁਸੀਂ ਲਿਖ ਕੇ ਦਿਓ ਕਿ ਮੈਂ ਆਪਣੀ ਹਾਰ ਸਵੀਕਾਰ ਕਰਦਾ। ਹੁਣ ਕਬੀਰ ਜੀ ਸਾਧ ਸੰਗਤ ਲਿਖ ਕੇ ਦੇ ਦਿੱਤਾ ਕਿ ਰਾਮ ਨਿਵਾਸ ਸ਼ਾਸਤਰੀ ਜੀ ਮੇਰੇ ਕੋਲੋਂ ਸ਼ਾਸਤਰਾਰਥ ਵਿੱਚ ਜਿੱਤਦੇ ਨੇ ਅਤੇ ਮੈਂ ਆਪਣੀ ਹਾਰ ਸਵੀਕਾਰ ਕਰਦਾ। ਪਰਚਾ ਹੱਥ ਵਿੱਚ ਫੜਾ ਦਿੱਤਾ ਰਾਮ ਨਿਵਾਸ ਸ਼ਾਸਤਰੀ ਜੀ ਦੇ, ਬੜੇ ਪ੍ਰਸੰਨ। ਆਪਣੀ ਹਉਮੈ ਵਿੱਚ ਰਾਮ ਨਿਵਾਸ ਸ਼ਾਸਤਰੀ ਬੜੇ ਪ੍ਰਸੰਨ, ਮੈਂ ਜਿੱਤ ਗਿਆ ਹਾਂ। ਪਰਚਾ ਲੈ ਕੇ ਪੁੱਜੇ ਕਾਸ਼ੀ ਦੇ ਸੰਤਾਂ ਦੇ ਵਿੱਚ ਅਤੇ ਜਾ ਕੇ ਆਖਣ ਲੱਗੇ, ਬਈ ਕਬੀਰ ਜੀ ਨੇ ਲਿਖ ਕੇ ਦੇ ਦਿੱਤਾ ਹੈ। ਕਹਿੰਦੇ ਲਿਖਿਆ ਕਬੀਰ ਜੀ ਨੇ? ਕਹਿੰਦੇ ਹਾਂਜੀ। ਕਹਿੰਦੇ ਫਿਰ ਪੜ੍ਹ ਕੇ ਸੁਣਾ ਦਿਓ ਕੀ ਲਿਖਿਆ। ਰਾਮ ਨਿਵਾਸ ਸ਼ਾਸਤਰੀ ਜੀ ਪਰਚਾ ਖੋਲ੍ਹਿਆ ਅਤੇ ਸਾਧ ਸੰਗਤ ਕੀ ਪੜ੍ਹ ਰਹੇ ਨੇ? ਕਹਿੰਦੇ ਨੇ, ਮੈਂ ਰਾਮ ਨਿਵਾਸ ਸ਼ਾਸਤਰੀ ਸ਼ਾਸਤਰਾਰਥ ਵਿੱਚ ਆਪਣੀ ਹਾਰ ਸਵੀਕਾਰ ਕਰਦਾ ਅਤੇ ਕਬੀਰ ਜੀ ਮੇਰੇ ਕੋਲੋਂ ਸ਼ਾਸਤਰਾਰਥ ਵਿੱਚ ਜਿੱਤਦੇ ਨੇ। ਸਾਰੇ ਸੰਤ ਕਹਿੰਦੇ ਨੇ, ਬਈ ਕੀ ਬੋਲ ਰਹੇ ਹੋ, ਧਿਆਨ ਨਾਲ ਪੜ੍ਹੋ। ਤੁਸੀਂ ਤਾਂ ਆਪਣੀ ਹਾਰ ਖੁਦ ਸਵੀਕਾਰ ਕਰ ਰਹੇ ਹੋ, ਕੀ ਪੜ੍ਹ ਰਹੇ ਹੋ? ਕਹਿੰਦੇ ਪਤਾ ਨਹੀਂ, ਸ਼ਾਇਦ ਕਬੀਰ ਜੀ ਨੇ ਗਲਤ ਲਿਖ ਦਿੱਤਾ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ, ਮੈਂ ਦੁਬਾਰਾ ਕਬੀਰ ਜੀ ਪਾਸ ਹੋ ਕੇ ਆਂਦਾ। ਅਗਲੇ ਦਿਨ ਸਾਧ ਸੰਗਤ ਫਿਰ ਰਾਮ ਨਿਵਾਸ ਸ਼ਾਸਤਰੀ ਜੀ ਪੁੱਜੇ ਕਬੀਰ ਜੀ ਦੀ ਕੁਟੀਆ, ਬੂਆ ਖੜਖੜਾਇਆ, ਕਬੀਰ ਜੀ ਨੇ ਬੂਆ ਖੋਲ੍ਹਿਆ। ਫਿਰ ਜੀ ਆਇਆਂ ਨੂੰ ਆਖਿਆ, ਹੁਕਮ ਕਰੋ ਰਾਮ ਨਿਵਾਸ ਸ਼ਾਸਤਰੀ ਜੀ। ਕਬੀਰ ਜੀ ਕਹਿਣ ਲੱਗੇ, ਕੀ ਹੁਕਮ ਹੈ ਸੰਤੋ ਮੇਰੇ ਲਈ? ਰਾਮ ਨਿਵਾਸ ਸ਼ਾਸਤਰੀ ਜੀ ਕਹਿਣ ਲੱਗੇ, ਕਬੀਰ ਜੀ ਤੁਸੀਂ ਜੋ ਲਿਖ ਕੇ ਦਿੱਤਾ ਹੈ ਉਹ ਗਲਤ ਲਿਖ ਕੇ ਦੇ ਦਿੱਤਾ ਹੈ। ਕਬੀਰ ਜੀ ਕਹਿਣ ਲੱਗੇ, ਜੇ ਮੈਂ ਗਲਤ ਲਿਖ ਦਿੱਤਾ ਹੈ ਤੇ ਤੁਸੀਂ ਆਪਣੇ ਆਪ ਸਹੀ ਲਿਖ ਲਓ, ਮੈਂ ਥੱਲੇ ਕਲਮ ਚਲਾ ਦੇਣਾ, ਸਾਈਨ ਕਰ ਦੇਣਾ। ਕਹਿੰਦੇ ਜੀ ਠੀਕ ਹੈ, ਮੈਂ ਆਪੋ ਹੀ ਲਿਖ ਲੈਣਾ। ਹੁਣ ਪਰਚਾ ਲੈ ਕੇ ਕਬੀਰ ਜੀ ਆਪਣੀ ਉਸਤਤ ਵਿੱਚ ਆਪ ਲਿਖ ਰਹੇ ਨੇ। ਸਾਧ ਸੰਗਤ ਮੈਂ ਬਿਨੈ ਕਰਾਂ, ਗੁਰੂ ਨਾਲ ਜੁੜੇ ਹੋਏ ਪਰਮਾਤਮ ਰੂਪ ਸੰਤ ਜਦੋਂ ਮੈਂ ਵੀ ਆਖਦੇ ਨੇ ਨਾ, ਮੈਂ ਉਸ ਵਿੱਚ ਦਾਸ ਦਾ ਭਾਵ ਹੁੰਦਾ। ਅਤੇ ਅੱਜ ਕੱਲ੍ਹ ਦੁਨਿਆਵੀ ਲੋਕ ਜਿਹੜੇ ਨੇ, ਲੋਕ ਦਿਖਾਵਾ ਕਰਦੇ ਨੇ, ਕਹਿੰਦੇ ਨੇ ਦਾਸ। ਕਈ ਵਾਰ ਅਸੀਂ ਦੇਖਿਆ, ਦਾਸ ਦੀ ਇਹ ਫੈਕਟਰੀ, ਦਾਸ ਨੇ ਉਹ ਬਿਲਡਿੰਗ ਬਣਾਈ ਹੈ, ਦਾਸ ਨੇ ਇਹ ਕੰਮ ਕੀਤੇ ਨੇ, ਕਹਿੰਦੇ ਉਹ ਦਾਸ ਨੇ, ਪਰ ਉਹ ਦਾਸ ਨਹੀਂ ਹੁੰਦਾ। ਦਾਸ ਵਿੱਚ ਮੈਂ ਲੁਕੀ ਹੋਈ ਹੁੰਦੀ ਹੈ। ਅਤੇ ਜਦੋਂ ਮਹਾਂਪੁਰਸ਼ ਸੰਤ ਜਨ ਉਹ ਅਗਰ ਮੈਂ ਵੀ ਕਹਿੰਦੇ ਨੇ, ਉਹਨਾਂ ਦੀ ਮੈਂ ਵਿੱਚ ਵੀ ਦਾਸ ਦਾ ਭਾਵ ਲੁਕਿਆ ਹੁੰਦਾ ਨੇ, ਉਹ ਕਬੀਰ ਜੀ ਨੇ। ਹੁਣ ਰਾਮ ਨਿਵਾਸ ਸ਼ਾਸਤਰੀ ਜੀ ਹਉਮੈ ਵਿੱਚ ਭਰੇ, ਮੈਂ ਵਿੱਚ ਭਰੇ ਹੋਏ, ਆਪਣੇ ਆਪ ਆਪਣੀ ਉਸਤਤ ਆਪ ਲਿਖਦੇ ਹੋਏ ਚਿੱਠੀ ਲਿਖ ਰਹੇ ਨੇ, ਮੈਂ ਰਾਮ ਨਿਵਾਸ ਸ਼ਾਸਤਰੀ ਕਬੀਰ ਜੀ ਕੋਲੋਂ ਸ਼ਾਸਤਰਾਰਥ ਵਿੱਚ ਜਿੱਤਦਾ ਅਤੇ ਕਬੀਰ ਜੀ ਮੇਰੇ ਕੋਲੋਂ ਹਾਰ ਸਵੀਕਾਰ ਕਰਦੇ ਨੇ। ਅਤੇ ਕਬੀਰ ਜੀ ਮੇਰੇ ਕੋਲੋਂ ਹਾਰ ਸਵੀਕਾਰ ਕਰਦੇ ਨੇ, ਆਪਣੀ ਉਸਤਤ ਆਪ ਲਿਖ ਲਈ। ਕਬੀਰ ਜੀ ਨੇ ਥੱਲੇ ਕਲਮ ਚਲਾ ਦਿੱਤੀ, ਸਾਈਨ ਕਰ ਦਿੱਤੇ। ਲੈ ਕੇ ਆ ਗਏ ਕਾਸ਼ੀ ਦੇ ਪੰਡਤਾਂ ਵਿੱਚ। ਸਾਰੇ ਕਾਸ਼ੀ ਦੇ ਪੰਡਤ ਸੰਤ ਇਕੱਠੇ ਨੇ, ਕਹਿੰਦੇ ਹਾਂਜੀ ਪੜ੍ਹੋ ਸ਼ਾਸਤਰੀ ਜੀ ਕੀ ਲਿਖਿਆ, ਕਬੀਰ ਜੀ ਨੇ ਕੀ ਲਿਖਿਆ।
ਪੜ੍ਹਨ ਲੱਗੇ। ਹੁਣ ਕੀ ਪੜ੍ਹ ਰਹੇ ਨੇ? ਕਹਿੰਦੇ ਮੈਂ ਰਾਮ ਨਿਵਾਸ ਸ਼ਾਸਤਰੀ ਕਬੀਰ ਜੀ ਕੋਲੋਂ ਸ਼ਾਸਤਰਾਰਥ ਵਿੱਚ ਆਪਣੀ ਹਾਰ ਸਵੀਕਾਰ ਕਰਦਾ ਤੇ ਕਬੀਰ ਜੀ ਮੇਰੇ ਕੋਲੋਂ ਜਿੱਤਦੇ ਨੇ। ਸਾਰੇ ਕਹਿੰਦੇ ਬਈ ਤੁਸੀਂ ਕੀ ਪੜ੍ਹ ਰਹੇ ਹੋ? ਧਿਆਨ ਨਾਲ ਪੜ੍ਹੋ, ਤੁਸੀਂ ਕੀ ਪੜ੍ਹ ਰਹੇ ਹੋ? ਤੇ ਹੁਣ ਸਾਧ ਸੰਗਤ ਜਦੋਂ ਪੜ੍ਹਨ ਲੱਗੇ ਨਾ, ਮੈਂ ਰਾਮ ਨਿਵਾਸ ਸ਼ਾਸਤਰੀ, ਬਸ ਇਤਨੇ ਕੁ ਲਫ਼ਜ਼ ਪੜ੍ਹੇ ਤੇ ਨੇਤਰ ਬੰਦ ਹੋ ਗਏ। ਮਨ ਨੂੰ ਆਭਾਸ ਹੋ ਗਿਆ ਕਿ ਇਹ ਕੈਸੀ ਵਿਦਿਆ ਹੈ, ਇਹ ਕੈਸਾ ਗਿਆਨ ਹੈ। ਮੈਂ ਲਿਖ ਕੁਝ ਹੋਰ ਰਿਹਾ, ਮੈਂ ਪੜ੍ਹ ਕੁਝ ਹੋਰ ਰਿਹਾ। ਇਹ ਹੋ ਕੀ ਰਿਹਾ? 1 ਵੇਰਾ 2 ਵੇਰਾ 3 ਵੇਰਾ ਇਹ ਕੀ ਹੋ ਰਿਹਾ? ਇਹ ਕੈਸੀ ਵਿਦਿਆ? ਮੈਂ ਇਤਨੀ ਵਿਦਿਆ ਹਾਸਿਲ ਕੀਤੀ। ਮਨ ਨੂੰ ਚੋਟ ਪਈ ਤੇ ਹਿਰਦੇ ਦੇ ਨੇਤਰ ਖੁੱਲ੍ਹ ਗਏ। ਇਹ ਸੰਤਾਂ ਦੀ ਬਖਸ਼ਿਸ਼, ਇਹ ਸੰਤਾਂ ਦੀ, ਕਬੀਰ ਜੀ ਦੀ ਰਹਿਮਤ। ਹਿਰਦੇ ਤੇ ਚੋਟ ਪਈ, ਮਨ ਦੇ ਨੇਤਰ ਖੁੱਲ੍ਹੇ ਤੇ ਆਭਾਸ ਹੋ ਗਿਆ ਬਈ ਮੈਂ ਤਾਂ ਮੈਂ ਵਿੱਚ ਆ ਗਿਆ ਸੀ। ਮੈਨੂੰ ਤਾਂ ਇਸ ਗੱਲ ਦਾ ਅਹੰਕਾਰ ਹੋ ਗਿਆ, ਮੈਂ ਬਹੁਤ ਜਾਣਦਾ। ਜਾਂ ਆਭਾਸ ਹੋਇਆ, ਹੁਣ ਕਬੀਰ ਜੀ ਦੀ ਯਾਦ ਆਈ ਰਾਮ ਨਿਵਾਸ ਸ਼ਾਸਤਰੀ ਜੀ ਨੂੰ ਤੇ ਅੱਖਾਂ 'ਚੋਂ ਆਂਸੂ ਰੁਕ ਨਹੀਂ ਰਹੇ। ਪਰਚੇ ਨੂੰ ਜਿਹੜਾ ਪੜ੍ਹ ਰਹੇ ਸੀ ਸੁੱਟ ਦਿੱਤਾ ਉੱਥੇ ਹੀ। ਕਹਿੰਦੇ ਮੈਂ ਹੁਣ ਜਿੱਤਣਾ ਨਹੀਂ ਚਾਹੁੰਦਾ, ਮੈਂ ਹੁਣ ਜਿੱਤਣਾ ਨਹੀਂ ਚਾਹੁੰਦਾ। ਰਾਮ ਨਿਵਾਸ ਸ਼ਾਸਤਰੀ ਉੱਥੋਂ ਛੱਡਿਆ, ਸਿੱਧਾ ਕਬੀਰ ਜੀ ਦੀ ਕੁਟੀਆ ਗਏ, ਬੂਹਾ ਖੜਖੜਾਇਆ। ਕਬੀਰ ਜੀ ਨੇ ਉਸੀ ਤਰ੍ਹਾਂ ਪ੍ਰੇਮ ਵਿੱਚ ਭਰੇ ਹੋਏ ਬੂਹਾ ਖੋਲ੍ਹਿਆ ਤੇ ਜੀ ਆਇਆਂ ਨੂੰ ਆਖਿਆ ਤੇ ਆਂਦੇ ਹੀ ਰਾਮ ਨਿਵਾਸ ਸ਼ਾਸਤਰੀ ਜੀ ਕਬੀਰ ਜੀ ਦੇ ਚਰਨਾਂ ਤੇ ਟਹਿ ਪਏ। ਮਹਾਨ ਸੰਤੋ, ਮੈਂ ਭੁੱਲ ਗਿਆ ਸਾਂ। ਮੈਂ ਗਿਆਨ ਬਹੁਤਾ ਹਾਸਿਲ ਕੀਤਾ, ਪਰ ਮੈਂ ਭੁੱਲ ਗਿਆ ਸਾਂ ਐਸੇ ਗਿਆਨ ਦਾ ਕੋਈ ਲਾਭ ਨਹੀਂ। ਜੋ ਪ੍ਰੇਮ ਦਾ ਗਿਆਨ ਤੁਸੀਂ ਮੈਨੂੰ ਦਿੱਤਾ ਹੈ, ਉਹ ਮੈਨੂੰ ਹੁਣ ਸਮਝ ਵਿੱਚ ਆ ਗਿਆ। ਤੇ ਸਾਧ ਸੰਗਤ, ਫਿਰ ਰਾਮ ਨਿਵਾਸ ਸ਼ਾਸਤਰੀ ਜੀ ਕਬੀਰ ਜੀ ਦੇ ਚੇਲੇ ਬਣ ਗਏ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਇਹ ਉਹ ਮਹਾਨ ਸੰਤ ਨੇ, ਇਹ ਉਹ ਮਹਾਨ ਸ਼ਖਸੀਅਤ ਨੇ ਜੋ ਸੰਸਾਰ 'ਤੇ ਆਏ ਤੇ ਪਰਮਾਤਮ ਰੂਪ ਹੋ ਕੇ ਸੱਚ ਵੰਡਿਆ, ਪ੍ਰੇਮ ਨੂੰ ਵੰਡਿਆ। ਇਹ ਉਹ ਮਹਾਂਪੁਰਸ਼ ਨੇ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤਾਂ ਨੇ, ਗੁਰੂਆਂ ਨੇ, ਸਾਧ ਸੰਗਤ ਬਹੁਤ ਕੁਝ ਦਿੱਤਾ ਹੈ ਇਸ ਸੰਸਾਰ ਨੂੰ। ਬਸ ਕਿਤੇ ਲੋੜ ਹੈ ਤੇ ਉਸ ਨੂੰ ਸਮਝਣ ਦੀ। ਤੇ ਮਨੁੱਖ ਦੀ ਸਮਝ ਜਿਤਨੀ ਡਿਵੈਲਪ ਹੋ ਜਾਂਦੀ ਹੈ, ਜਿਤਨੀ ਗਹਿਰਾਈ ਵਿੱਚ ਜਾਂਦਾ ਹੈ, ਉਤਨਾ ਪਰਮਾਤਮਾ ਦੇ ਨਜ਼ਦੀਕ ਹੋ ਕੇ ਪਰਮਾਤਮਾ ਦੀ ਰਹਿਮਤ ਨੂੰ ਪਾ ਲੈਂਦਾ ਹੈ। ਸਾਧ ਸੰਗਤ, ਬਾਬਾ ਨੰਦ ਸਿੰਘ ਜੀ ਮਹਾਰਾਜ ਇਤਿਹਾਸ ਵਿੱਚ ਨਾਮ ਆਉਂਦਾ ਹੈ। ਬਾਬਾ ਨੰਦ ਸਿੰਘ ਜੀ ਮਹਾਰਾਜ ਬਹੁਤ ਵੱਡੇ ਮਹਾਂਪੁਰਸ਼, ਸੰਤ, ਬ੍ਰਹਮ ਗਿਆਨੀ ਹੋਏ ਨੇ। ਉਹਨਾਂ ਤੋਂ ਬਾਅਦ ਫਿਰ ਜਦੋਂ ਬਾਬਾ ਈਸ਼ਰ ਸਿੰਘ ਜੀ ਆਏ, ਉਹਨਾਂ ਦਾ ਇੱਕ ਦ੍ਰਿਸ਼ਟਾਂਤ ਆਉਂਦਾ ਹੈ। ਕਹਿੰਦੇ ਬਾਬਾ ਈਸ਼ਰ ਸਿੰਘ ਜੀ ਇੱਕ ਵਾਰ ਬੈਠੇ ਸਨ। ਇੱਕ ਮਾਤਾ ਬੜੀ ਪ੍ਰੇਮ ਵਾਲੀ ਆਈ। ਬਾਬਾ ਜੀ ਅੰਦਰ ਸਨ, ਬਾਹਰ ਸੇਵਕ ਸਨ। ਸੇਵਕ ਨੂੰ ਆ ਕੇ ਆਖਣ ਲੱਗੀ, ਮਾਤਾ ਕਹਿਣ ਲੱਗੀ, ਇਹ ਜ਼ੈਨ ਗੱਡੀ ਮੈਂ ਨਵੀਂ ਲੈ ਕੇ ਆਈ ਹਾਂ, ਬਾਬਾ ਜੀ ਨੂੰ ਭੇਟ ਕਰਨਾ ਚਾਹੁੰਦੀ ਹਾਂ। ਚਾਬੀ ਸੇਵਕ ਨੂੰ ਫੜਾ ਦਿੱਤੀ। ਸੇਵਕ ਚਾਬੀ ਲੈ ਕੇ ਅੰਦਰ ਬਾਬਾ ਜੀ ਕੋਲ ਗਿਆ। ਕਹਿੰਦਾ ਮਹਾਂਪੁਰਸ਼ੋ, ਇੱਕ ਮਾਤਾ ਆਈ ਹੈ,
ਕਹਿੰਦੀ ਇਹ ਜ਼ੈਨ ਗੱਡੀ ਮੈਂ ਬਾਬਾ ਜੀ ਨੂੰ ਭੇਟ ਕਰਨਾ ਚਾਹੁੰਦੀ ਹਾਂ, ਮੈਨੂੰ ਚਾਬੀ ਫੜਾ ਦਿੱਤੀ ਤੁਹਾਨੂੰ ਦੇਣ ਲਈ। ਕਹਿੰਦੇ ਬਾਬਾ ਜੀ ਨੇ ਅੱਖਾਂ ਬੰਦ ਕੀਤੀਆਂ, ਨੇਤਰ ਬੰਦ ਕੀਤੇ ਤੇ ਮੌਨ ਹੋ ਗਏ। ਅੱਖਾਂ ਖੋਲੀਆਂ ਤੇ ਕਹਿਣ ਲੱਗੇ ਬਈ ਸਾਨੂੰ ਗੱਡੀ ਨਹੀਂ ਚਾਹੀਦੀ, ਵਾਪਸ ਦੇ ਦਿਓ। ਸੇਵਕ ਚਾਬੀ ਲੈ ਕੇ ਬਾਹਰ ਆ ਗਿਆ। ਕਹਿੰਦਾ ਮਾਤਾ ਜੀ ਬਾਬਾ ਜੀ ਨੇ ਮਨਾ ਕਰ ਦਿੱਤਾ, ਸਾਨੂੰ ਗੱਡੀ ਨਹੀਂ ਚਾਹੀਦੀ। ਬੇਬੀ ਖਲੋਤੀ ਰਹੀ, 2 ਮਿੰਟ ਸੋਚ ਕੇ ਫਿਰ ਕਹਿਣ ਲੱਗੀ ਤੁਸੀਂ ਇੱਕ ਵਾਰ ਫਿਰ ਪੁੱਛ ਲਓ, ਬਾਬਾ ਜੀ ਨੂੰ ਫਿਰ ਪੁੱਛ ਲਓ। ਸੇਵਕ ਫਿਰ ਚਾਬੀ ਅੰਦਰ ਲੈ ਕੇ ਗਿਆ। ਕਹਿੰਦਾ ਬਾਬਾ ਜੀ ਉਹ ਮਾਤਾ ਜੀ ਕਹਿੰਦੇ ਨੇ ਇੱਕ ਵਾਰ ਬਾਬਾ ਜੀ ਨੂੰ ਫਿਰ ਬੇਨਤੀ ਕਰਕੇ ਵੇਖ ਲਓ। ਬਾਬਾ ਜੀ ਕਹਿੰਦੇ ਬਈ ਸਾਨੂੰ ਨਹੀਂ ਚਾਹੀਦੀ, ਲੈ ਜਾਓ ਤੁਸੀਂ। ਸੇਵਕ ਫਿਰ ਬਾਹਰ ਆ ਗਿਆ। ਕਹਿੰਦਾ ਜੀ ਬਾਬਾ ਜੀ ਮਨਾ ਕਰ ਰਹੇ ਨੇ, ਸਾਨੂੰ ਨਹੀਂ ਚਾਹੀਦੀ ਗੱਡੀ। ਚਾਬੀ ਮਾਤਾ ਜੀ ਦੇ ਹੱਥ ਫੜਾ ਦਿੱਤੀ। ਹੁਣ ਮਾਤਾ ਫਿਰ ਸੋਚੀ ਪਈ ਹੈ ਤੇ ਮਾਤਾ ਜੀ ਕਹਿਣ ਲੱਗੇ ਸੇਵਕ ਨੂੰ, ਅੱਛਾ ਇਤਨੀ ਕੁ ਗੱਲ ਮੇਰੀ ਮੰਨੋ, ਬਸ ਇੱਕ ਵਾਰ ਹੋਰ ਬੇਨਤੀ ਕਰੋ, ਜੇ ਹੁਣ ਬਾਬਾ ਜੀ ਨੇ ਕਿਹਾ ਤੇ ਮੈਂ ਚਲੀ ਜਾਵਾਂਗੀ, ਇੱਕ ਵਾਰ ਹੋਰ ਤੁਸੀਂ ਮੇਰੇ ਕਰਕੇ ਪੁੱਛ ਲਓ। ਚਾਬੀ ਲੈ ਕੇ ਜਦੋਂ ਸੇਵਕ ਅੰਦਰ ਬਾਬਾ ਜੀ ਕੋਲ ਗਿਆ, ਕਹਿੰਦਾ ਬਾਬਾ ਜੀ ਮਾਤਾ ਜੀ ਮੰਨਦੇ ਨਹੀਂ ਨੇ, ਕਹਿੰਦੇ ਨੇ ਇੱਕ ਵਾਰ ਫਿਰ ਬੇਨਤੀ ਕਰਕੇ ਵੇਖੋ ਬਾਬਾ ਜੀ ਕੋਲ। ਜੋ ਆਖਿਆ ਤੇ ਬਾਬਾ ਜੀ ਕਹਿਣ ਲੱਗੇ ਬਈ ਗੁਰਮੁਖ ਪਿਆਰਿਆ, ਤੈਨੂੰ ਆਖ ਦਿੱਤਾ ਨਾ ਸਾਨੂੰ ਗੱਡੀ ਨਹੀਂ ਚਾਹੀਦੀ ਤੇ ਨਹੀਂ ਚਾਹੀਦੀ। ਜੋ ਉਹ ਮਾਤਾ ਮੰਗਦੀ ਹੈ ਉਹ ਮੈਂ ਦੇ ਨਹੀਂ ਸਕਦਾ, ਤੂੰ ਦੇ ਸਕਦਾ ਤੇ ਤੂੰ ਰੱਖ ਲੈ। ਜੋ ਉਹ ਮਾਤਾ ਮੰਗਦੀ ਹੈ ਉਹ ਮੈਂ ਦੇ ਨਹੀਂ ਸਕਦਾ, ਤੂੰ ਦੇ ਸਕਦਾ ਹੈ ਤੇ ਤੂੰ ਰੱਖ ਲੈ। ਕਹਿੰਦੇ ਸਾਧ ਸੰਗਤ ਇਹ ਨੇ ਉਹ ਸੰਤ ਜਿਨ੍ਹਾਂ ਨੇ ਭੇਖ ਵਿਖਾਵੇ ਨਹੀਂ ਕੀਤੇ, ਅਸਲੀਅਤ ਨੂੰ ਸਨਮੁਖ ਰੱਖ ਦਿੱਤਾ ਹੈ। ਹੁਣ ਕੌਣ ਜਾਣਦਾ ਹੈ ਉਹ ਮਾਤਾ ਕੀ ਚਾਹੁੰਦੀ ਹੈ, ਪਰ ਬਾਬਾ ਜੀ ਜਾਣਦੇ ਨੇ। ਬਾਬਾ ਜੀ ਜਾਣਦੇ ਨੇ। ਬਾਬਾ ਨੰਦ ਸਿੰਘ ਜੀ ਮਹਾਰਾਜ ਜਿਹੜਾ ਚੋਲਾ ਪਾਇਆ ਕਰਦੇ ਸਨ, ਜਿਹੜਾ ਚੋਲਾ ਬਾਬਾ ਜੀ ਪਾਇਆ ਕਰਦੇ ਸਨ, ਉਸ ਦੇ ਵਿੱਚ ਕੋਈ ਜੇਬ ਵੀ ਨਹੀਂ ਸੀ। ਬਾਬਾ ਜੀ ਨੇ ਕੋਈ ਗੋਲਕ ਨਹੀਂ ਰੱਖੀ, ਆਪਣੇ ਕੁੜਤੇ ਵਿੱਚ ਜੇਬਾਂ ਵੀ ਨਹੀਂ ਰੱਖੀਆਂ। ਫਕੀਰ, ਐਵੇਂ ਫਕੀਰ ਪਰਮਾਤਮਾ ਵਿੱਚ ਲੀਨ। ਜੇ ਕਿਸੇ ਨੇ ਦੇ ਦਿੱਤਾ ਤੇ ਖਾ ਲੈਣਾ, ਨਹੀਂ ਤੇ ਟੁਰਦੇ ਜਾਣਾ। ਉਸ ਪਰਮਾਤਮਾ ਦੀ ਬੰਦਗੀ ਵਿੱਚ ਲੀਨ ਹੋਏ ਜਪਦੇ ਰਹਿਣਾ, ਸਤਨਾਮ ਸ੍ਰੀ ਵਾਹਿਗੁਰੂ। ਇਹ ਨੇ ਬਾਬਾ ਨੰਦ ਸਿੰਘ ਜੀ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਮਹਾਂਪੁਰਸ਼ਾਂ ਨਾਲ ਵਿਚਰਦਿਆਂ, ਸੰਤਾਂ ਨਾਲ ਵਿਚਰਦਿਆਂ ਕੁਛ ਐਸੇ ਪਲ ਹੁੰਦੇ ਨੇ ਜੋ ਸੁਨਹਿਰੀ ਪਲ ਬਣ ਜਾਂਦੇ ਨੇ। ਕੁਛ ਐਸੇ ਪਲ ਹੁੰਦੇ ਨੇ ਜੋ ਯਾਦਾਂ ਬਣ ਜਾਂਦੀਆਂ ਨੇ। ਸਿੱਖ ਪੰਥ ਦੀ ਮਹਾਨ ਸ਼ਖਸੀਅਤ ਗਿਆਨੀ ਸੰਤ ਸਿੰਘ ਜੀ ਮਸਕੀਨ ਦਾਸ ਨੂੰ ਵੀ ਕੁਛ ਸਮਾਂ ਪ੍ਰਾਪਤ ਹੋਇਆ ਨਾਲ ਰਹਿਣ ਦਾ, ਮਹਾਂਪੁਰਸ਼ਾਂ ਨਾਲ ਵਿਚਰਨ ਦਾ। ਹਰ ਸਾਲ ਮਸਕੀਨ ਜੀ ਓਂਕਾਰੇਸ਼ਵਰ ਤੇ ਵਿਸਾਖੀ ਦਾ ਦੀਵਾਨ ਕਲਕੱਤੇ ਮਹਾਂਪੁਰਸ਼ ਸਜਾਇਆ ਕਰਦੇ ਸਨ। ਇੰਦੌਰ, ਓਂਕਾਰੇਸ਼ਵਰ ਤੇ ਵਿਸਾਖੀ ਕਲਕੱਤੇ। ਇੰਦੌਰ ਸੈਂਟਰਲ ਜੇਲ੍ਹ ਦੇ ਵਿੱਚ ਮਹਾਂਪੁਰਸ਼ਾਂ ਨੇ ਕਥਾ ਕੀਤੀ, ਕੈਦੀਆਂ ਦੇ ਵਿੱਚ ਕਥਾ ਕੀਤੀ। ਸਾਰੇ ਕੈਦੀ ਬੈਠੇ ਸਨ, ਮਹਾਂਪੁਰਸ਼ ਕਥਾ ਕਰ ਰਹੇ ਸਨ। ਇੱਕ ਕੈਦੀ ਪਿੱਛੇ ਸੀਸ ਲਾ ਕੇ, ਢੋਲ ਲਾ ਕੇ ਬੈਠਾ ਸੀ। ਮਹਾਂਪੁਰਸ਼ ਕਹਿਣ ਲੱਗੇ ਮੈਨੂੰ ਪ੍ਰਤੀਤ ਹੋਇਆ ਸ਼ਾਇਦ ਸੋ ਗਿਆ। ਪਰ ਜਦੋਂ ਕਥਾ ਸਮਾਪਤ ਹੋਈ ਤੇ ਕੀ ਵੇਖਿਆ, ਸੁੱਤਾ ਨਹੀਂ ਸੀ, ਰੋ ਰਿਹਾ ਸੀ। ਤੇ ਥੋੜ੍ਹਾ ਨਹੀਂ,
ਜ਼ਾਰੋ ਜ਼ਾਰ ਰੋ ਰਿਹਾ ਸੀ। ਮਸਕੀਨ ਜੀ ਨੇ ਪੁੱਛਿਆ ਜੇਲਰ ਪਾਸੋਂ, ਬਈ ਇਹ ਕਿਉਂ ਰੋ ਰਿਹਾ ਹੈ, ਇਸ ਨੂੰ ਕੀ ਤਕਲੀਫ ਹੈ? ਜੇਲਰ ਨੇ ਆਖਿਆ, ਮਹਾਂਪੁਰਸ਼ੋ, ਇਸ ਨੂੰ ਉਮਰ ਕੈਦ ਦੀ ਸਜ਼ਾ ਹੈ, ਤਾਂ ਰੋ ਰਿਹਾ। ਅਤੇ ਬੜਾ ਸੁੰਦਰ ਉੱਥੇ ਮਹਾਂਪੁਰਸ਼ਾਂ ਨੇ ਵਿਚਾਰ ਰੱਖਿਆ। ਕਲਕੱਤੇ ਵਿਸਾਖੀ ਦੇ ਦੌਰਾਨ ਇਸ ਵਿਚਾਰ ਨੂੰ ਫਿਰ ਦੁਹਰਾਇਆ। ਕਹਿਣ ਲੱਗੇ, ਇੱਕੋ ਭੁੱਲ ਹੈ ਜੋ ਸਾਰੀਆਂ ਭੁੱਲਾਂ ਨੂੰ ਜਨਮ ਦਿੰਦੀ ਹੈ। ਸਾਧ ਸੰਗਤ ਧਿਆਨ ਦੇਣਾ, ਇੱਕੋ ਗਲਤੀ ਹੈ ਜਦੋਂ ਮਨੁੱਖ ਉਹ ਗਲਤੀ ਕਰਦਾ ਹੈ, ਫਿਰ ਮਨੁੱਖ ਗਲਤੀ 'ਤੇ ਗਲਤੀ ਕਰਦਾ ਜਾਂਦਾ ਹੈ। ਕੀ ਆਖਿਆ ਮਹਾਂਪੁਰਸ਼ਾਂ ਨੇ? ਕਹਿੰਦੇ ਇੱਕੋ ਭੁੱਲ ਹੈ ਜੋ ਸਾਰੀਆਂ ਭੁੱਲਾਂ ਨੂੰ ਜਨਮ ਦਿੰਦੀ ਹੈ, ਅਤੇ ਉਹ ਹੈ ਨਿਰੰਕਾਰ ਨੂੰ ਭੁੱਲ ਜਾਣਾ। ਅਤੇ ਫਿਰ ਕਹਿਣ ਲੱਗੇ, ਜਿੱਥੇ ਇੱਕੋ ਭੁੱਲ ਹੈ ਉੱਥੇ ਇੱਕੋ ਹੀ, ਜਿੱਥੇ ਇੱਕੋ ਭੁੱਲ ਹੈ ਉੱਥੇ ਇੱਕੋ ਹੀ ਚੰਗੀ ਗੱਲ ਹੈ ਕਿ ਉਸ ਪਰਮਾਤਮਾ ਨੂੰ ਯਾਦ ਰੱਖਣਾ, ਉਸ ਗੁਰੂ ਨੂੰ ਯਾਦ ਰੱਖਣਾ। ਅਤੇ ਸਾਧ ਸੰਗਤ, ਜਿਸ ਨੂੰ ਫਿਰ ਗੁਰੂ ਯਾਦ ਹੈ ਨਾ, ਗੁਰੂ ਫਿਰ ਉਸ ਦੇ ਅੰਗ ਸੰਗ ਸਦਾ ਸਹਾਈ ਹੁੰਦਾ ਹੈ। ਗੁਰੂ ਪਾਤਸ਼ਾਹ ਦਾ ਸ਼ਬਦ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈਂ, ਤਾਂ ਭਉ ਕੇਹਾ ਕਾੜਾ ਜੀਓ। ਇਸ ਲਈ ਸਦਾ ਦੁਨਿਆਵੀ ਬੰਦੇ ਭਾਵੇਂ ਭੁੱਲ ਜਾਣ, ਦੁਨੀਆ ਵਾਲਿਆਂ ਨਾਲ ਬਣ ਆਵੇ ਨਾ ਬਣ ਆਵੇ, ਪਰ ਉਹਨਾਂ ਨਾਲ ਬਣ ਆਵੇ ਜੋ ਦਿਨ ਤੇ ਰਾਤ ਜਪਦੇ ਨੇ ਸਤਿਨਾਮ ਸ੍ਰੀ ਵਾਹਿਗੁਰੂ। ਸਦਾ ਗੁਰੂ ਨੂੰ ਯਾਦ ਰੱਖੀਏ ਤੇ ਜਪੀਏ ਸਤਿਨਾਮ ਸ੍ਰੀ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਮਾਈ ਜੱਸੀ ਦਾ, ਜੋ ਕਿ ਬਹੁਤ ਹੀ ਪ੍ਰੇਮ ਵਾਲੀ ਸੀ ਅਤੇ ਛੋਟੀ ਉਮਰ ਤੋਂ ਹੀ ਪਰਮਾਤਮਾ ਨਾਲ ਪ੍ਰੀਤ ਪੈ ਗਈ, ਪ੍ਰੇਮ ਪੈ ਗਿਆ। ਬੜਾ ਸੰਤਾਂ ਮਹਾਂਪੁਰਸ਼ਾਂ ਦਾ ਆਦਰ ਸਤਿਕਾਰ ਕਰਿਆ ਕਰਦੀ ਸੀ। ਸ੍ਰੀ ਰਾਮ ਚੰਦਰ ਜੀ ਨੂੰ ਆਪਣਾ ਇਸ਼ਟ ਮੰਨਿਆ ਹੋਇਆ ਸੀ। ਆਪਣਾ ਗੁਰੂ, ਆਪਣਾ ਪਰਮਾਤਮਾ ਪਰਮੇਸ਼ਰ ਸ੍ਰੀ ਰਾਮ ਚੰਦਰ ਜੀ ਨੂੰ ਮੰਨਦੇ ਸੀ। ਮਾਈ ਜੱਸੀ ਬੜੀ ਸੋਹਣੀ ਵੀਣਾ ਲੈ ਕੇ ਬੜੇ ਸੋਹਣੇ ਭਜਨ ਵੀ ਗਾਉਂਦੀ ਸੀ। ਮਨ ਗੁਰੂ ਦੇ ਪ੍ਰੇਮ ਵਿੱਚ, ਸ੍ਰੀ ਰਾਮ ਚੰਦਰ ਜੀ ਮਹਾਰਾਜ ਦੇ ਪ੍ਰੇਮ ਵਿੱਚ ਲੀਨ ਸੀ। ਛੋਟੀ ਉਮਰ ਤੋਂ ਹੀ ਇਹ ਲਿਵ ਲੱਗ ਗਈ। ਬੜਾ ਸੁੰਦਰ ਮਾਈ ਜੱਸੀ ਨੇ ਆਂਗਨ ਬਣਾਇਆ ਹੋਇਆ ਸੀ। ਆਂਗਨ ਦੇ ਵਿੱਚ ਇੱਕ ਪੱਥਰ ਰੱਖਿਆ ਸੀ ਬੜਾ ਵੱਡਾ, ਅਤੇ ਸਾਧ ਸੰਗਤ, ਪੱਥਰ ਦੇ ਉੱਤੇ ਰੱਖੀ ਸੀ ਮਰਜੰਗੀ। ਮਰਜੰਗੀ ਪਤਾ ਕਿਹਨੂੰ ਕਹਿੰਦੇ ਨੇ? ਮਰਜੰਗੀ ਕਹਿੰਦੇ ਨੇ ਲੱਕੜ ਦਾ ਇੱਕ ਛੋਟਾ ਜਿਹਾ, ਜਿਵੇਂ ਅਸੀਂ ਬਾਕਸ ਬਣਾ ਲੈਂਦੇ ਹਾਂ, ਲੱਕੜ ਦੇ ਉਸ ਬਾਕਸ ਨੂੰ ਕਹਿੰਦੇ ਨੇ ਮਰਜੰਗੀ। ਮਰਜੰਗੀ ਵਿੱਚ ਰੱਖੀਆਂ ਸਨ 3 ਮੂਰਤੀਆਂ। ਇੱਕ ਮੂਰਤੀ ਸ੍ਰੀ ਰਾਮ ਚੰਦਰ ਜੀ ਦੀ, ਫਿਰ ਮਾਤਾ ਸੀਤਾ ਜੀ ਦੀ, ਫਿਰ ਲਛਮਣ ਜੀ ਦੀ। ਨੇਤਰ ਟਿਕਾ ਕੇ ਰੋਜ਼ ਅੰਮ੍ਰਿਤ ਵੇਲੇ ਉੱਠਣਾ ਮਾਈ ਜੱਸੀ ਨੇ ਅਤੇ ਬੈਠ ਜਾਣਾ ਸ੍ਰੀ ਰਾਮ ਚੰਦਰ ਜੀ ਦੀ ਮੂਰਤੀ ਦੇ ਸਨਮੁਖ। ਬਹੁਤ ਪ੍ਰੇਮ, ਬਹੁਤ ਲਗਾਵ ਅਤੇ ਬੜੇ ਤੜਪ ਨਾਲ ਸ੍ਰੀ ਰਾਮ ਚੰਦਰ ਜੀ ਨੂੰ ਯਾਦ ਕਰਨਾ। ਅਤੇ ਅਰਦਾਸ ਪਤਾ ਕੀ ਕਰਿਆ ਕਰਦੀ ਸੀ? ਅਰਦਾਸ ਕਰਦੀ ਸੀ, ਹੇ ਸ੍ਰੀ ਰਾਮ ਚੰਦਰ ਮਹਾਰਾਜ, ਇਸ ਮੂਰਤੀ ਵਿੱਚੋਂ ਨਿਕਲ ਕੇ ਮੈਨੂੰ ਇੱਕ ਵਾਰ ਦਰਸ਼ਨ ਦਿਓ ਨਾ।
ਸਾਧ ਸੰਗਤ ਕੈਸੀ ਤੜਪ ਆਪਣੇ ਇਸ਼ਟ ਦੇ ਪ੍ਰਤੀ, ਆਪਣੇ ਗੁਰੂ ਦੇ ਪ੍ਰਤੀ। ਰੋਜ਼ ਨਿਤਾ ਪ੍ਰਤੀ ਅਰਦਾਸ ਕਰਨੀ, ਹੇ ਸ੍ਰੀ ਰਾਮ ਚੰਦਰ ਮਹਾਰਾਜ, ਇਸ ਮੂਰਤੀ ਵਿੱਚੋਂ ਨਿਕਲ ਕੇ ਮੈਨੂੰ ਦਰਸ਼ਨ ਦਿਓ ਨਾ। ਸਮਾਂ ਬੀਤਦਾ ਗਿਆ। ਕੋਈ ਵੀ ਸੰਤ ਮਹਾਂਪੁਰਸ਼ ਮਾਈ ਜੱਸੀ ਨੂੰ ਪਤਾ ਲੱਗ ਜਾਵੇ ਇੱਥੇ ਆਇਆ ਤੇ ਜ਼ਰੂਰ ਉਹਦਾ ਸਵਾਗਤ ਕਰਦੀ ਸੀ, ਆਪਣੇ ਘਰ ਬੁਲਾਉਂਦੀ ਸੀ। ਫਿਰ ਵਿਚਾਰ ਕਰਦੀ ਸੀ ਸੰਤਾਂ ਮਹਾਂਪੁਰਸ਼ਾਂ ਨਾਲ, ਕਿਵੇਂ ਮੈਨੂੰ ਸ੍ਰੀ ਰਾਮ ਚੰਦਰ ਜੀ ਦੇ ਦਰਸ਼ਨ ਹੋ ਸਕਦੇ ਨੇ। ਸਮਾਂ ਬੀਤਦਾ ਗਿਆ। ਮਾਈ ਜੱਸੀ ਦੀ ਵੀ ਤੜਪ ਵੱਧਦੀ ਗਈ। ਇੱਕ ਦਿਨ ਇੱਕ ਮਹਾਨ ਸੰਤ ਆਏ। ਮਾਈ ਜੱਸੀ ਨੇ ਬੁਲਾਇਆ, ਜਲ ਪਾਨ ਛਕਾਇਆ, ਆਦਰ ਸਤਿਕਾਰ ਕੀਤਾ ਤੇ ਸੰਤਾਂ ਨਾਲ ਵਿਚਾਰ ਕਰਕੇ ਟੋਇਆ ਕਰਦੀ ਸੀ, ਲੱਭਿਆ ਕਰਦੀ ਸੀ ਕਿ ਕਿਤੋਂ ਕੋਈ ਐਸਾ ਸੁਰਾਗ ਮਿਲ ਜਾਵੇ, ਕੋਈ ਐਸੀ ਗੱਲਬਾਤ ਮਿਲ ਜਾਵੇ ਕਿ ਮੈਨੂੰ ਕਿਵੇਂ ਸ੍ਰੀ ਰਾਮ ਚੰਦਰ ਜੀ ਦੇ ਦਰਸ਼ਨ ਹੋ ਜਾਣ। ਸੰਤ ਨੇ ਆ ਕੇ ਕੀ ਆਖਿਆ? ਕਹਿੰਦਾ ਜੀ ਤੁਸੀਂ ਰਾਮ ਲੀਲਾ ਦੇਖਿਆ ਕਰੋ। ਮਾਤਾ ਜੀ, ਰਾਮ ਲੀਲਾ ਦੇਖਿਆ ਕਰੋ। ਰਾਮ ਲੀਲਾ ਦੇ ਵਿੱਚ ਜਦੋਂ ਤੁਸੀਂ ਸ਼੍ਰੀ ਰਾਮ ਨੂੰ ਦੇਖੋਗੇ, ਜਿਹੜਾ ਵੀ ਪਿਆਰਾ ਸ਼੍ਰੀ ਰਾਮ ਜੀ ਦਾ ਰੋਲ ਅਦਾ ਕਰ ਰਿਹਾ, ਬਸ ਤੁਸੀਂ ਸ਼੍ਰੀ ਰਾਮ ਜੀ ਨੂੰ ਦੇਖੋ ਤੇ ਤੁਸੀਂ ਇਉਂ ਸੋਚੋ ਕਿ ਆਪ ਸ਼੍ਰੀ ਰਾਮ ਚੰਦਰ ਜੀ ਮਹਾਰਾਜ ਉੱਥੇ ਖਲੋਤੇ ਨੇ। ਮਾਤਾ ਦੇ ਮਨ ਨੂੰ ਜਗਾਇਆ, ਤੁਹਾਨੂੰ ਪ੍ਰਤੱਖ ਦਰਸ਼ਨ ਹੋਣਗੇ। ਸੰਤਾਂ ਨੇ ਕਿਹਾ। ਮਾਈ ਜੱਸੀ ਦੀ ਇੱਕ ਨੌਕਰਾਣੀ ਸੀ, ਜਿਸ ਦਾ ਕਿ ਨਾਂ ਇਤਿਹਾਸ ਵਿੱਚ ਤਾਬਲੀ ਕਰਕੇ ਆਂਦਾ। ਤਾਬਲੀ ਬੜਾ ਪ੍ਰੇਮ ਕਰਦੀ ਸੀ ਮਾਈ ਜੱਸੀ ਨੂੰ। ਕਹਿਣ ਨੂੰ ਤਾਂ ਨੌਕਰਾਣੀ ਸੀ, ਪਰ ਪ੍ਰੇਮ ਬਹੁਤ ਕਰਦੀ ਸੀ। ਤੇ ਜਦੋਂ ਸੰਤ ਨੇ ਇਉਂ ਦੱਸਿਆ, ਕਹਿੰਦੇ ਜੀ ਰਾਮਲੀਲਾ ਦਾ ਸਮਾਂ ਆਵੇਗਾ, ਮੈਂ ਆਪ ਜੀ ਨੂੰ ਦੱਸਾਂਗਾ, ਮੈਂ ਖੁਦ ਲੈ ਕੇ ਜਾਵਾਂਗਾ। ਸੰਤ ਨੇ ਮਾਈ ਜੱਸੀ ਨੂੰ ਨਾਲ ਲਿੱਤਾ, ਨਾਲ ਤਾਬਲੀ ਵੀ ਤੁਰ ਪਈ। ਕਹਿੰਦੀ ਚਲੋ ਮੈਂ ਵੀ ਚੱਲਦੀ ਹਾਂ। ਰਾਮਲੀਲਾ ਦੇਖਣ ਲਈ ਗਏ ਕਿ ਕਿਧਰੇ ਰਾਮ ਜੀ ਦੇ ਦਰਸ਼ਨ ਹੋ ਜਾਣ। ਹੁਣ ਬੈਠੇ ਨੇ। ਮਾਈ ਜੱਸੀ ਬੜੇ ਪ੍ਰੇਮ ਨਾਲ ਸ੍ਰੀ ਰਾਮ ਚੰਦਰ ਜੀ ਦੇ ਸੁੰਦਰ ਸਰੂਪ ਨੂੰ ਦੇਖ ਰਹੀ ਹੈ, ਮੁਕਟ ਨੂੰ ਦੇਖ ਰਹੀ ਹੈ, ਉਸ ਦੇਹੀ ਨੂੰ ਦੇਖ ਰਹੀ ਹੈ, ਬੜੇ ਮਨ ਨਾਲ, ਬੜੇ ਭਾਵ ਨਾਲ। ਤੇ ਨਾਲ ਸੰਤ ਜੀ ਬੈਠੇ ਨੇ। ਸੰਤ ਜੀ ਕਹਿੰਦੇ, ਮਾਤਾ ਜੀ ਧਿਆਨ ਨਾਲ ਦੇਖੋ, ਮਨ ਨਾਲ ਵੇਖੋ, ਤੁਹਾਨੂੰ ਸ੍ਰੀ ਰਾਮ ਚੰਦਰ ਜੀ ਇੱਥੇ ਹੀ ਦਰਸ਼ਨ ਦੇਣਗੇ। ਤੁਹਾਨੂੰ ਇਹ ਹੀ ਪ੍ਰਤੀਤ ਹੋਵੇਗਾ ਜੋ ਇਹ ਮਨੁੱਖ ਖਲੋਤਾ ਹੈ, ਇਹ ਪਰਮਾਤਮਾ ਆਪ ਖਲੋਤੇ ਨੇ। ਸਾਧ ਸੰਗਤ, ਮਾਈ ਜੱਸੀ ਵੀ ਬੜੀ ਭਾਵਨਾ ਨਾਲ ਕਦੀ ਅੱਖਾਂ ਬੰਦ ਕਰਕੇ ਹਿਰਦੇ ਦੇ ਅੰਦਰ ਵੇਖਦੀ ਹੈ, ਕਦੀ ਬਾਹਰ ਵੇਖਦੀ ਹੈ। ਬੜੀ ਭਾਵਨਾ ਨਾਲ ਦੇਖਿਆ, ਸਾਰੀ ਰਾਮਲੀਲਾ ਦੇਖੀ। ਰਾਮਲੀਲਾ ਦੇਖ ਕੇ ਘਰ ਵਾਪਸ ਆ ਗਈ। ਤਾਬਲੀ ਵੀ ਆ ਗਈ, ਸੰਤ ਜੀ ਚਲੇ ਗਏ। ਮਾਈ ਜੱਸੀ ਕਹਿਣ ਲੱਗੀ ਤਾਬਲੀ ਨੂੰ, ਕਹਿੰਦੀ ਦਰਸ਼ਨ ਤੇ ਹੋਏ ਰਾਮ ਚੰਦਰ ਜੀ ਦੇ, ਦੇਖਿਆ ਵੀ, ਭਾਵਨਾ ਵੀ ਪੂਰੀ ਸੀ, ਪਰ ਪਤਾ ਨਹੀਂ ਕਿਉਂ ਤਾਬਲੀ ਮਨ ਕਰਦਾ, ਮਨ ਨਹੀਂ ਠੰਡਾ ਹੋਇਆ। ਜਿਹੋ ਜਿਹੇ ਦਰਸ਼ਨ ਮੈਂ ਚਾਹੁੰਦੀ ਹਾਂ, ਸ਼ਾਇਦ ਇਹ ਉਹ ਦਰਸ਼ਨ ਨਹੀਂ ਨੇ। ਜਿਹੋ ਜਿਹੇ ਦਰਸ਼ਨ ਮੈਂ ਚਾਹੁੰਦੀ ਹਾਂ, ਸ਼ਾਇਦ ਇਹ ਉਹ ਦਰਸ਼ਨ ਨਹੀਂ ਨੇ। ਫਿਰ ਸਮਾਂ ਬੀਤਦਾ ਗਿਆ। ਫਿਰ ਮਾਈ ਜੱਸੀ ਅੰਮ੍ਰਿਤ ਵੇਲੇ ਉੱਠੀ, ਵੀਣਾ ਲੈ ਕੇ ਬੈਠ ਗਈ
ਸ਼੍ਰੀ ਰਾਮ ਚੰਦਰ ਜੀ ਅੱਗੇ ਭਜਨ ਗਾਉਂਦੀ ਰਹੀ, ਵੈਰਾਗ ਵਿੱਚ ਭਿੱਜੀ ਹੋਈ। ਤੇ ਫਿਰ ਉਹੀਓ ਅਰਦਾਸ, ਕੀ ਅਰਦਾਸ ਕੀਤੀ? ਹੇ ਸ਼੍ਰੀ ਰਾਮ ਚੰਦਰ ਮਹਾਰਾਜ, ਇੱਕ ਵੇਰਾਂ, ਬਸ ਮੇਰੇ ਲਈ ਇੱਕ ਵੇਰਾਂ ਕਿਤੇ ਇਹ ਮੂਰਤੀ ਵਿੱਚੋਂ ਨਿਕਲ ਕੇ ਪ੍ਰਤੱਖ ਮੈਨੂੰ ਦਰਸ਼ਨ ਦੇ ਦਿਓ। ਸਮਾਂ ਬੀਤਦਾ ਗਿਆ, ਮਾਈ ਨੂੰ ਦਰਸ਼ਨ ਨਹੀਂ ਹੋਏ। ਇੱਕ ਹੋਰ ਸੰਤ ਆਏ, ਪਿੰਡ ਵਿੱਚ ਬਹੁਤ ਨਾਮ ਹੋਇਆ ਬਈ ਮਹਾਂਪੁਰਸ਼ ਆਏ ਨੇ, ਸੰਤ ਜਨ ਆਏ ਨੇ। ਮਾਈ ਜੱਸੀ ਸੰਤਾਂ ਨੂੰ ਮਿਲਣ ਵੀ ਜਾਂਦੀ ਰਹੀ ਤੇ ਸੰਤਾਂ ਨੂੰ ਘਰ ਵੀ ਆਮੰਤਰਿਤ ਕਰਦੀ ਰਹੀ, ਬੁਲਾਉਂਦੀ ਰਹੀ। ਸੰਤ ਜੀ ਕਹਿਣ ਲੱਗੇ, ਮਾਤਾ ਜੀ ਜਿਹੜੀ ਮੂਰਤੀਆਂ ਦਰਸ਼ਨ ਦਿੰਦੀਆਂ ਨੇ ਉਹ ਮੂਰਤੀਆਂ ਹੋਰ ਹੁੰਦੀਆਂ ਨੇ, ਉਹ ਅਲੱਗ ਮੂਰਤੀਆਂ ਹੁੰਦੀਆਂ ਨੇ। ਉਸ ਮੂਰਤੀ ਨੂੰ ਪ੍ਰਾਣ ਪ੍ਰਤਿਸ਼ਠਾ ਕਰਨੀ ਪੈਂਦੀ ਹੈ, ਪੂਜਾ ਕਰਨੀ ਪੈਂਦੀ ਹੈ, ਫਿਰ ਉਹ ਮੂਰਤੀਆਂ ਦਰਸ਼ਨ ਦਿੰਦੀਆਂ ਨੇ, ਫਿਰ ਸ੍ਰੀ ਰਾਮ ਚੰਦਰ ਜੀ ਦੇ ਦਰਸ਼ਨ ਹੋ ਸਕਦੇ ਨੇ। ਮਾਤਾ ਜੀ ਨੇ ਕਿਹਾ ਠੀਕ ਹੈ। ਉਹ ਸੰਤ ਕਹਿਣ ਲੱਗਾ, ਮਾਤਾ ਜੀ ਤੁਸੀਂ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤਿਆਰ ਹੋ ਜਾਣਾ, ਕੱਲ੍ਹ ਮੈਂ ਆਵਾਂਗਾ, ਤੁਹਾਨੂੰ ਮੰਦਿਰ ਲੈ ਕੇ ਜਾਵਾਂਗਾ। ਮੰਦਿਰ ਵਿੱਚ ਜਾ ਕੇ ਉਹ ਮੂਰਤੀ ਜਿਸ ਵਿੱਚ ਪ੍ਰਾਣ ਪ੍ਰਤਿਸ਼ਠਾ ਹੋਈ ਹੋਈ ਹੈ, ਪੂਜਨ ਹੋਇਆ ਹੋਇਆ, ਤੁਹਾਨੂੰ ਉੱਥੇ ਲੈ ਜਾ ਕੇ ਸ੍ਰੀ ਰਾਮ ਚੰਦਰ ਜੀ ਦੇ ਦਰਸ਼ਨ ਕਰਾਵਾਂਗਾ। ਤੇ ਸਾਧ ਸੰਗਤ, ਅਗਲੇ ਦਿਨ ਸਵੇਰੇ ਮਾਈ ਜੱਸੀ ਇਸ਼ਨਾਨ ਕਰਕੇ ਬੜੀ ਤੜਪ ਦੇ ਨਾਲ ਤਿਆਰ ਹੋ ਕੇ ਕਿ ਅੱਜ ਮੈਨੂੰ ਸ੍ਰੀ ਰਾਮ ਚੰਦਰ ਜੀ ਦੇ ਦਰਸ਼ਨ ਹੋਣਗੇ, ਨਾਲ ਧਾਵਲੀ ਨੂੰ ਵੀ ਲਿੱਤਾ ਕਿ ਚਲੋ ਰਾਮ ਜੀ ਦੇ ਦਰਸ਼ਨ ਕਰਕੇ ਆਈਏ। ਸੰਤ ਜੀ ਆਏ, ਮਾਈ ਜੱਸੀ ਨੂੰ ਨਾਲ ਲੈ ਕੇ ਚੱਲ ਪਏ ਮੰਦਿਰ ਦੇ ਵਿੱਚ। ਮੰਦਿਰ ਦੇ ਦੁਆਰ ਤੇ ਪੁੱਜੇ, ਨਮਨ ਕੀਤਾ, ਬੂਹਾ ਖੋਲਿਆ। ਮਾਈ ਜੱਸੀ ਨੇ ਤੇ ਸਨਮੁਖ ਦੇਖਿਆ ਸ੍ਰੀ ਰਾਮ ਚੰਦਰ ਜੀ ਦੀ ਮੂਰਤੀ ਪਈ ਹੈ। ਮਨ ਨਿਹਾਲ ਹੋਇਆ, ਪਰ ਇਹ ਦੇਹ ਰੂਪ ਵਿੱਚ ਆ ਕੇ ਮੈਨੂੰ ਕਿਵੇਂ ਦਰਸ਼ਨ ਦੇਣਗੇ? ਪ੍ਰਸ਼ਨ ਵੀ ਰਿਹਾ ਮਨ ਦੇ ਅੰਦਰ। ਮਾਈ ਜੱਸੀ, ਸੰਤ ਜੀ ਤੇ ਧਾਵਲੀ ਤਿੰਨੋਂ ਅੰਦਰ ਆ ਗਏ। ਸੰਤ ਜੀ ਨੇ ਕੁਝ ਮੰਤਰ ਉਚਾਰਨ ਕੀਤੇ। ਕੁਛ ਇੱਕ ਮੰਤਰ ਉਚਾਰਨ ਕਰਨ ਤੋਂ ਬਾਅਦ ਸਾਰੇ ਮੰਦਿਰ ਵਿੱਚ ਜਿਵੇਂ ਧੂੰਆਂ ਹੋ ਗਿਆ। ਧੂੰਆਂ ਹੋ ਗਿਆ ਤੇ ਮੂਰਤੀ ਨੇ ਆਪਣਾ ਮੁਖ ਖੋਲ ਦਿੱਤਾ। ਜਾਂ ਮੂਰਤੀ ਨੇ ਮੁਖ ਖੋਲਿਆ, ਸੰਤ ਜੀ ਨੇ ਲੱਡੂ ਚੁੱਕਿਆ, ਸ੍ਰੀ ਰਾਮ ਚੰਦਰ ਜੀ ਦੇ ਮੁਖ ਵਿੱਚ ਪਾ ਦਿੱਤਾ। ਸਾਰਾ ਨਜ਼ਾਰਾ, ਸਾਰਾ ਚਮਤਕਾਰ ਮਾਈ ਜੱਸੀ ਵੇਖ ਰਹੀ ਹੈ। ਤੇ ਸਾਧ ਸੰਗਤ, ਜਦੋਂ ਇਹ ਚਮਤਕਾਰ ਦੇਖਿਆ, ਇਹ ਨਜ਼ਾਰਾ ਵੇਖਿਆ, ਆਪਣੇ ਅੱਖਾਂ ਤੋਂ ਵੇਖਿਆ, ਪ੍ਰਸੰਨ ਹੋਈ, ਬੜੀ ਖੁਸ਼ ਹੋਈ। ਸਾਰਾ ਵੇਖਣ ਤੋਂ ਬਾਅਦ ਧਾਵਲੀ ਨੂੰ ਨਾਲ ਲਿੱਤਾ, ਵਾਪਸ ਆ ਗਈ ਘਰ ਵਿੱਚ। ਕਹਿੰਦੀ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਡਤ ਜੀ ਨੇ ਮੈਨੂੰ ਚਮਤਕਾਰ ਵਿਖਾਇਆ, ਪਰ ਪਤਾ ਨਹੀਂ ਕਿਉਂ ਧਾਵਲੀ, ਇਹ ਸਭ ਚਮਤਕਾਰ ਵੇਖਣ ਤੋਂ ਬਾਅਦ ਵੀ ਮੇਰੇ ਮਨ ਨੂੰ ਠੰਡ ਨਹੀਂ ਪਈ। ਪਤਾ ਨਹੀਂ, ਇਉਂ ਨਹੀਂ ਲੱਗਦਾ, ਇਉਂ ਨਹੀਂ ਜਾਪਦਾ ਕਿ ਇਹ ਅਸਲੀਅਤ ਹੈ। ਮਨ ਨੂੰ ਠੰਡ ਨਹੀਂ ਪਈ ਤੇ ਫਿਰ ਕਹਿਣ ਲੱਗੀ, ਪਤਾ ਨਹੀਂ ਕਿਉਂ ਮੇਰਾ ਦਿਲ ਕਹਿੰਦਾ ਹੈ ਕਿ ਜਿਹੋ ਜਿਹੇ ਦਰਸ਼ਨ ਮੈਂ ਚਾਹੁੰਦੀ ਹਾਂ ਉਹ ਇਹ ਦਰਸ਼ਨ ਨਹੀਂ ਨੇ, ਇਹ ਨਹੀਂ ਨੇ। ਸਮਾਂ ਬੀਤਦਾ ਗਿਆ, ਬੁਢੇਪੇ ਦਾ ਸਮਾਂ ਆ ਗਿਆ ਮਾਈ ਜੱਸੀ ਦਾ। ਇਤਨੇ ਸੰਤਾਂ ਦੇ ਦਰਸ਼ਨ ਕੀਤੇ, ਇਤਨੇ ਮਹਾਂਪੁਰਸ਼ਾਂ ਦੇ ਦਰਸ਼ਨ ਕੀਤੇ,
ਜਦੋਂ ਸ੍ਰੀ ਰਾਮ ਚੰਦਰ ਜੀ ਦੇ ਦਰਸ਼ਨ ਨਹੀਂ ਨਾ ਹੋਏ, ਮਾਈ ਜੱਸੀ ਨੇ ਵੀ ਮਨ ਵਿੱਚ ਧਾਰ ਲਿਆ, ਹੁਣ ਭਾਵੇਂ ਕੋਈ ਵੀ ਸੰਤ ਆ ਜਾਵੇ, ਨਾ ਮੈਂ ਕਿਸੇ ਨੂੰ ਘਰ ਬੁਲਾਣਾ ਹੈ ਅਤੇ ਨਾ ਮੈਂ ਕਿਸੇ ਨੂੰ ਮਿਲਣ ਜਾਣਾ ਹੈ। ਐਸਾ ਹੁੰਦਾ ਹੈ ਸਾਧ ਸੰਗਤ। ਸੰਤ ਦਾ ਬੜਾ ਉੱਚਾ ਤੇ ਸੁੱਚਾ ਨਾਮ ਤੇ ਬੜਾ ਉੱਚਾ ਸੁੱਚਾ ਅਹੁਦਾ ਹੈ, ਪਰ ਸੰਤ ਦੇ ਨਾਂ ਵਿੱਚ ਅੱਜ ਇਤਨੇ ਭੇਖੀ ਵੀ ਆ ਗਏ ਨੇ ਕਿ ਮਨੁੱਖ ਨੂੰ ਪਛਾਣਨਾ ਹੀ ਔਖਾ ਹੋ ਜਾਂਦਾ ਕੌਣ ਸੰਤ ਹੈ ਕੌਣ ਚੋਰ ਹੈ। ਕੇਵਲ ਚਿੱਟਾ ਝੋਲਾ ਪਾਉਣ ਨਾਲ ਕੋਈ ਸੰਤ ਨਹੀਂ ਬਣ ਜਾਂਦਾ, ਭਗਵੇ ਵਸਤਰ ਪਾਉਣ ਨਾਲ ਕੋਈ ਬਾਬਾ ਨਹੀਂ ਬਣ ਜਾਂਦਾ। ਹੋ ਸਕਦਾ ਹੈ ਅੱਜ ਬਾਬਾ ਪੈਂਟ ਕਮੀਜ਼ ਵਿੱਚ ਵੀ ਹੋਵੇ, ਕਿਉਂਕਿ ਜੋ ਅੱਜ ਦਾ ਸਮਾਂ ਸੰਤ ਦੀ ਅਵਸਥਾ ਹਿਰਦੈ ਨਿਰਮਲ। ਤੇ ਸਾਧ ਸੰਗਤ, ਸੰਤ ਦੀ ਪਹਿਚਾਣ ਕੀ ਹੈ? ਸੰਤ ਦੀ ਪਹਿਚਾਣ ਹੈ ਜਦੋਂ ਅਸੀਂ ਕਿਸੇ ਮਹਾਂਪੁਰਸ਼ ਬ੍ਰਹਮ ਗਿਆਨੀ ਕੋਲ ਜਾ ਕੇ ਕੇਵਲ ਬੈਠ ਜਾਂਦੇ ਹਾਂ, ਉਹ ਦੋ ਬੋਲ ਨਹੀਂ ਵੀ ਬੋਲਦਾ, ਦੋ ਬਚਨ ਨਹੀਂ ਵੀ ਕਹਿੰਦਾ, ਕੇਵਲ ਅਗਰ ਮੌਨ ਵੀ ਬੈਠਾ ਰਹਿੰਦਾ ਹੈ ਤੇ ਉਸ ਦੇ ਕੇਵਲ ਕੋਲ ਜਾ ਕੇ ਬਹਿਣ ਨਾਲ ਸਾਡਾ ਮਨ ਸ਼ਾਂਤ ਹੋ ਜਾਂਦਾ ਹੈ, ਕਿਉਂਕਿ ਉਸ ਦੀ ਜੋ ਸਪਿਰਿਚੁਅਲ ਵਾਈਬ੍ਰੇਸ਼ਨਸ ਨੇ, ਉਹਦਾ ਦਾਇਰਾ ਜਿਹਨੂੰ ਅਸੀਂ ਫੈਜ਼ ਆਖਦੇ ਹਾਂ। ਆਪ ਜੀ ਨੇ ਦੇਖਿਆ ਹੋਣਾ, ਭਾਵੇਂ ਆਪਣੇ ਖਿਆਲ ਨਾਲ ਆਰਟਿਸਟ ਤਸਵੀਰ ਨੂੰ ਬਣਾਉਂਦਾ ਹੈ, ਪਰ ਜਦੋਂ ਤਸਵੀਰ ਮਹਾਂਪੁਰਸ਼ਾਂ ਦੀ, ਗੁਰੂਆਂ ਦੀ ਉਹ ਬਣਾਉਂਦਾ ਹੈ ਤੇ ਪਿੱਛੇ ਇੱਕ ਗੋਲਧਾਰਾ ਬਣਾ ਦਿੰਦਾ। ਉਹ ਕੀ ਹੈ? ਅਸਲੀਅਤ ਵਿੱਚ ਉਹ ਇੱਕ ਫੈਜ਼ ਹੈ ਜੋ ਮਹਾਂਪੁਰਸ਼ਾਂ ਪਾਸੋਂ, ਗੁਰੂਆਂ ਪਾਸੋਂ ਨਿਕਲਦਾ ਹੈ। ਅਤੇ ਜਿਹੜਾ ਗੁਰੂ ਜਿਤਨਾ ਮਹਾਨ ਗੁਰੂ ਹੁੰਦਾ ਹੈ, ਉਸ ਦੇ ਫੈਜ਼ ਦਾ ਦਾਇਰਾ ਉਤਨਾ ਵੱਡਾ ਹੁੰਦਾ ਹੈ। ਜਦੋਂ ਅਸੀਂ ਮਹਾਂਪੁਰਸ਼ਾਂ ਕੋਲ ਜਾਂਦੇ ਹਾਂ, ਬੈਠਦੇ ਹਾਂ, ਮਨ ਬਸ ਸ਼ਾਂਤ ਹੋ ਜਾਂਦਾ ਹੈ, ਭਗਤੀ ਵਿੱਚ ਲੀਨ ਹੋ ਜਾਂਦਾ ਹੈ। ਬੜੇ ਸੰਤਾਂ ਦੇ ਦਰਸ਼ਨ ਕੀਤੇ ਮਾਈ ਜੱਸੀ ਨੇ। ਸਮਾਂ ਬੀਤਦਾ ਗਿਆ, ਮਾਈ ਜੱਸੀ ਨੇ ਠਾਣ ਲਿਆ, ਕਹਿੰਦੇ ਹੁਣ ਮੈਨੂੰ ਕਿਸੇ ਸੰਤ ਦੀ ਲੋੜ ਨਹੀਂ ਹੈ, ਕਿਉਂਕਿ ਮਨ ਸੰਤਾਂ ਤੋਂ ਉਚਾਟ ਹੋ ਚੁੱਕਿਆ ਸੀ। ਤੇ ਮਨ ਵਿੱਚ ਕੀ ਠਾਣ ਲਿੱਤੀ, ਜ਼ਿੱਦ ਵਿੱਚ ਆ ਗਈ ਮਾਈ ਜੱਸੀ ਤੇ ਕਹਿਣ ਲੱਗੀ, ਜੇ ਮੇਰਾ ਰਾਮ ਹੈ ਤੇ ਕੇਵਲ ਇਸ ਮੂਰਤੀ ਵਿੱਚੋਂ ਨਿਕਲ ਕੇ ਮੈਨੂੰ ਦਰਸ਼ਨ ਦੇਵੇਗਾ। ਤੇ ਪ੍ਰੀਤ ਨਹੀਂ ਛੱਡੀ। ਦੇਖੋ ਸਾਧ ਸੰਗਤ, ਪ੍ਰੀਤ ਨਹੀਂ ਛੱਡੀ। ਰੋਜ਼ ਅੰਮ੍ਰਿਤ ਵੇਲੇ ਉੱਠਣਾ, ਵੀਣਾ ਲੈ ਕੇ ਬੈਠਣੀ, ਸ੍ਰੀ ਰਾਮ ਚੰਦਰ ਜੀ ਦੀ ਮੂਰਤੀ ਦੇ ਦਰਸ਼ਨ ਕਰਨੇ ਤੇ ਰੋਜ਼ ਅਰਦਾਸ ਕਰਨੀ, ਸ੍ਰੀ ਰਾਮ ਚੰਦਰ ਜੀ ਮਹਾਰਾਜ ਕਦੋਂ ਮੈਨੂੰ ਦਰਸ਼ਨ ਹੋਣਗੇ। ਸਮਾਂ ਬੀਤਦਾ ਰਿਹਾ, ਬੁਢੇਪੇ ਦਾ ਸਮਾਂ ਆ ਗਿਆ। ਪਤਾ ਲੱਗਿਆ ਕਿ ਕੋਈ ਮਹਾਨ ਸੰਤ ਹੋਰ ਪਿੰਡ ਵਿੱਚ ਆਏ ਨੇ, ਵਰਿਖ ਦੇ ਹੇਠਾਂ ਬੈਠੇ ਨੇ, ਬੜੇ ਮਹਾਨ ਸੰਤ ਨੇ। ਤਾਬਲੀ ਨੂੰ ਪਤਾ ਲੱਗਿਆ, ਤਾਬਲੀ ਵੀ ਗਈ ਦਰਸ਼ਨ ਕਰਨ ਲਈ। ਤਾਬਲੀ ਨੇ ਜਾ ਕੇ ਕੀ ਨਜ਼ਾਰਾ ਵੇਖਿਆ ਕਿ ਮਹਾਂਪੁਰਸ਼ ਸੰਤ ਬੈਠੇ ਨੇ, ਗੁਰੂ ਜਨ ਬੈਠੇ ਨੇ। ਜਿਹੜਾ ਵੀ ਕੋਈ ਆਂਦਾ ਹੈ ਬਸ ਮਸਤਕ ਨਿਵਾਉਂਦਾ ਤੇ ਪ੍ਰੇਮ ਨਾਲ ਉਹਨਾਂ ਕੋਲ ਬੈਠ ਜਾਂਦਾ। ਤਾਬਲੀ ਵੀ ਗਈ ਤੇ ਜਦੋਂ ਤਾਬਲੀ ਨੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਮਨ ਠੰਡਾ ਹੋ ਗਿਆ, ਮਨ ਸ਼ਾਂਤ ਹੋ ਗਿਆ, ਮਨ ਪ੍ਰਸੰਨ ਹੋ ਗਿਆ। ਕਿਵੇਂ ਪ੍ਰਸੰਨ ਹੋ ਗਿਆ? ਜਿਵੇਂ ਕਿਸੇ ਨੂੰ ਕੁਝ ਲੱਭ ਗਿਆ ਹੋਵੇ। ਬੜੀ ਖੁਸ਼, ਬਹੁਤ ਖੁਸ਼। ਤੇ ਤਾਬਲੀ ਜਦੋਂ ਵਾਪਸ ਘਰ ਆਈ, ਆਂਦਿਆਂ ਹੀ ਬੂਆ ਖੋਲ੍ਹ ਕੇ ਕਹਿਣ ਲੱਗੀ, ਮਾਤਾ ਜੀ, ਮਾਤਾ ਜੀ, ਜਿਹੋ ਜਿਹੇ ਦਰਸ਼ਨ ਤੁਸੀਂ ਕਹਿੰਦੇ ਸੋ ਨਾ, ਅੱਜ ਮੈਂ ਉਹ ਦਰਸ਼ਨ ਕਰਕੇ ਆਈ ਹਾਂ, ਮੇਰਾ ਤਨ ਮਨ ਠੰਡਾ ਹੋ ਗਿਆ। ਆਓ ਇੱਕ ਵਾਰ ਤੁਸੀਂ ਵੀ ਦਰਸ਼ਨ ਕਰ ਲਓ। ਮਾਈ ਜੱਸੀ ਕਹਿਣ ਲੱਗੀ, ਨਹੀਂ ਤਾਬਲੀਏ, ਮੈਂ ਇਤਨੇ ਸੰਤਾਂ ਨੂੰ ਮਿਲ ਚੁੱਕੀ ਹਾਂ, ਹੁਣ ਮੇਰਾ ਮਨ ਉਚਾਟ ਹੋ ਗਿਆ, ਮੈਂ ਕਿਸੇ ਨੂੰ ਨਹੀਂ ਮਿਲਣਾ।
ਤਾਬਲੀ ਕਹਿਣ ਲੱਗੀ, ਮਾਤਾ ਜੀ ਇੱਕ ਵੇਰਾ ਮੇਰੀ ਗੱਲ ਮੰਨ ਲਓ, ਉਹ ਬੜੇ ਵੱਡੇ ਬ੍ਰਹਮ ਗਿਆਨੀ ਨੇ, ਬੜੇ ਵੱਡੇ ਸੰਤ ਨੇ। ਕਹਿੰਦੀ ਮੈਂ ਨਹੀਂ ਮਿਲਣਾ ਤੇ ਨਹੀਂ ਮਿਲਣਾ। ਸਾਧ ਸੰਗਤ, ਮਾਈ ਜੱਸੀ ਸੋ ਗਈ ਤੇ ਜਦੋਂ ਸੁੱਤੀ, ਕਿਉਂਕਿ ਮਨ ਵਿੱਚ ਜਦੋਂ ਤੜਪ ਹੋਵੇ ਨਾ ਮਨੁੱਖ ਦੇ, ਸੋਚ ਵਿਚਾਰ ਬੁੱਧੀ ਵਿੱਚ ਚੱਲਦੀ ਰਹਿੰਦੀ ਹੈ। ਜਦੋਂ ਮਾਈ ਜੱਸੀ ਸੁੱਤੀ ਤੇ ਸੁਪਨਾ ਦੇਖਿਆ। ਕੀ ਸੁਪਨਾ ਦੇਖਿਆ? ਕਿ ਕੋਈ ਮਹਾਂਪੁਰਸ਼ ਸੰਤ ਬ੍ਰਿਖ ਦੇ ਹੇਠਾਂ, ਪੇੜ ਦੇ ਹੇਠਾਂ ਬੈਠੇ ਨੇ। ਆਲੇ ਦੁਆਲੇ ਉਹਨਾਂ ਦੇ ਸਫੇਦ ਰੰਗ ਦੀ ਚੱਦਰ ਲਿਪਟੀ ਹੋਈ ਹੈ। ਸੰਤਾਂ ਦੇ ਦਰਸ਼ਨ ਕਰਨਾ ਚਾਹ ਰਹੀ ਹੈ, ਪਰ ਦਰਸ਼ਨ ਹੋ ਨਹੀਂ ਰਹੇ। ਮਨ ਵਿੱਚ ਤੜਪ, ਦਰਸ਼ਨ ਕਰਨਾ ਚਾਹੁੰਦੀ ਹੈ ਪਰ ਦਰਸ਼ਨ ਹੋ ਨਹੀਂ ਰਹੇ। ਹੱਥ ਜ਼ਮੀਨ 'ਤੇ ਜਾ ਕੇ ਵੱਜਾ, ਨੇਤਰ ਖੁੱਲ੍ਹ ਗਏ, ਅੱਖਾਂ ਖੁੱਲ੍ਹ ਗਈਆਂ। ਅੱਖਾਂ ਖੁੱਲ੍ਹ ਗਈਆਂ ਤੇ ਆਵਾਜ਼ ਮਾਰੀ, ਤਾਬਲੀ ਕੌਣ ਨੇ ਜਿਨ੍ਹਾਂ ਦੇ ਤੂੰ ਦਰਸ਼ਨ ਕਰਕੇ ਆਈ ਹੈ? ਤਾਬਲੀ ਕਹਿੰਦੀ, ਮਾਤਾ ਜੀ ਇਹ ਤਾਂ ਨਹੀਂ ਪਤਾ, ਪਰ ਦਰਸ਼ਨ ਕਰਦਿਆਂ ਮਨ ਨੂੰ ਠੰਡ ਪੈ ਜਾਂਦੀ ਜੇ। ਕਹਿੰਦੀ ਚੱਲ ਫਿਰ ਮੈਂ ਵੀ ਦਰਸ਼ਨ ਕਰਾਂਗੀ, ਚੱਲ ਮੈਨੂੰ ਵੀ ਚੱਲ ਲੈ ਕੇ, ਇੱਕ ਵੇਰਾ ਮੈਂ ਵੀ ਦਰਸ਼ਨ ਕਰ ਲਵਾਂ। ਸਾਧ ਸੰਗਤ, ਤਾਬਲੀ ਨੂੰ ਨਾਲ ਲਿੱਤਾ ਮਾਈ ਜੱਸੀ ਨੇ ਤੇ ਚੱਲ ਪਈ ਪਿੰਡ ਦੇ ਵਿੱਚ ਜਿੱਥੇ ਮਹਾਂਪੁਰਸ਼ ਸੰਤ ਗੁਰੂ ਜਨ ਬੈਠੇ ਨੇ। ਜਾ ਕੇ ਪੁੱਜੀ, ਵ੍ਰਿਖ ਦੇ ਹੇਠਾਂ ਕੋਟ ਬ੍ਰਹਮੰਡਾਂ ਦੇ ਮਾਲਕ ਧੰਨ ਧੰਨ ਗੁਰੂ ਨਾਨਕ ਦੇਵ ਸਤਿਗੁਰ ਸੱਚੇ ਪਾਤਸ਼ਾਹ ਆਪ ਵਿਰਾਜਮਾਨ ਨੇ। ਆਲੇ ਦੁਆਲੇ ਸੰਗਤਾਂ ਬੈਠੀਆਂ ਹੋਈਆਂ ਨੇ। ਮਾਈ ਜੱਸੀ ਤੇ ਤਾਬਲੀ ਉੱਥੇ ਪੁੱਜੇ। ਕੀਰਤਨ ਚੱਲ ਰਿਹਾ। ਮਾਈ ਜੱਸੀ ਨੇ ਜਾਂਦੇ ਹੀ ਦਰਸ਼ਨ ਕੀਤੇ, ਨਮਸਕਾਰ ਕੀਤੀ ਤੇ ਸਨਮੁਖ ਬੈਠ ਗਈ। ਨੇਤਰ ਬੰਦ ਹੋ ਗਏ। ਰੂਹਾਨੀ ਨੂਰ ਦੇ ਦਰਸ਼ਨ ਮਾਈ ਜੱਸੀ ਹੁਣ ਕਰ ਰਹੀ ਹੈ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਇਸ਼ਾਰਾ ਕੀਤਾ, ਕੀਰਤਨ ਬੰਦ ਹੋ ਗਿਆ। ਸਤਿਗੁਰ ਪਾਤਸ਼ਾਹ ਬੜੇ ਪ੍ਰੇਮ ਨਾਲ ਮਾਈ ਜੱਸੀ ਨੂੰ ਵੇਖ ਰਹੇ ਨੇ। ਸਾਧ ਸੰਗਤ, ਮੈਂ ਬਿਨੈ ਕਰਾਂ, ਜਿਤਨੀ ਤੜਪ ਜਗਿਆਸੂ ਨੂੰ ਗੁਰੂ ਨਾਲ ਮਿਲਣ ਦੀ ਹੁੰਦੀ ਹੈ, ਉਸ ਤੋਂ ਜ਼ਿਆਦਾ ਤੜਪ ਗੁਰੂ ਨੂੰ ਜਗਿਆਸੂ ਨੂੰ ਮਿਲਣ ਨਾਲ ਹੁੰਦੀ ਹੈ। ਮਾਈ ਜੱਸੀ ਆਈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਮਿਲਣ ਨਾਲ, ਪਰ ਗੁਰੂ ਨਾਨਕ ਦੇਵ ਪਾਤਸ਼ਾਹ ਕਿਤਨੀ ਦੂਰ ਤੋਂ ਪੈਦਲ ਯਾਤਰਾ ਕਰਦੇ ਆਏ ਮਾਈ ਜੱਸੀ ਵਾਸਤੇ। ਕੀਰਤਨ ਬੰਦ ਹੋ ਗਿਆ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਇਲਾਹੀ ਗਲਾ ਖੁੱਲ੍ਹਿਆ ਤੇ ਉੱਥੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਜੋ ਅਸੀਂ ਰੋਜ਼ ਪੜ੍ਹਦੇ ਹਾਂ। ਕਿਹੜਾ? ਤਿਲੰਗ ਮਹੱਲਾ ਪਹਿਲਾ। ਆਨੜੀਏ ਮਾਨੜਾ ਕਾਏ ਕਰੇ, ਆਪ ਨੜੇ ਘਰ ਹਰ ਰੰਗੋਂ ਕੀ ਨਾ ਮਾਣੇ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਪਾਵਨ ਉਪਦੇਸ਼ ਮਾਈ ਜੱਸੀ ਨੂੰ ਦਿੱਤਾ। ਮਾਈ ਜੱਸੀ ਦੇ ਹਿਰਦੇ ਵਿੱਚ ਪ੍ਰਕਾਸ਼ਮਾਨ ਕੀਤਾ। ਇੱਕ ਹੁੰਦਾ ਸਿਆਣਾ, ਦੂਜਾ ਹੁੰਦਾ ਇਆਣਾ। ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਆਨੜੀਏ ਮਾਨੜਾ ਕਾਏ ਕਰੇ, ਕਿਸ ਗੱਲ ਦਾ ਤੂੰ ਮਾਣ ਕਰਦੀ ਸੀ? ਆਪਣੇ ਘਰ ਵਿੱਚ, ਆਪਣੇ ਦਿਲ ਵਿੱਚ ਤੂੰ ਪਰਮੇਸ਼ਵਰ ਨੂੰ, ਆਪਣੇ ਦਿਲ ਵਿੱਚ ਤੂੰ ਪਰਮੇਸ਼ਵਰ ਨੂੰ ਨਹੀਂ ਮੰਨਿਆ। ਤੂੰ ਬਾਰ-ਬਾਰ ਕਹਿੰਦੀ ਰਹੀ, ਸ੍ਰੀ ਰਾਮ ਚੰਦਰ ਜੀ ਮੂਰਤੀ ਵਿੱਚੋਂ ਨਿਕਲ ਕੇ ਆਣ ਤੇ ਮੈਨੂੰ ਦਰਸ਼ਨ ਦੇਣ, ਮੂਰਤੀ ਵਿੱਚੋਂ ਨਿਕਲ ਕੇ ਆਣ ਤੇ ਮੈਨੂੰ ਦਰਸ਼ਨ ਦੇਣ। ਸੋਹ ਨੇੜੇ ਉਹ ਪਰਮਾਤਮਾ ਤੇਰੇ ਨਜ਼ਦੀਕ ਤੋਂ ਨਜ਼ਦੀਕ ਤੇਰੇ ਦਿਲ ਵਿੱਚ ਸਮਾਇਆ ਹੋਇਆ ਹੈ। ਸੋਹ ਨੇੜੇ ਧਨ ਕਮਲੀਏ, ਬਾਹਰ ਕਿਆ ਢੂੰਡੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸ਼ਬਦ ਦੇ ਰਾਹੀਂ
ਮਾਈ ਜੱਸੀ ਦੇ ਹਿਰਦੇ ਵਿੱਚ ਪ੍ਰਕਾਸ਼ ਫੈਲਾ ਦਿੱਤਾ, ਚਾਨਣ ਕਰ ਦਿੱਤਾ। ਤੇ ਜਾਂ ਸਾਧ ਸੰਗਤ ਗਿਆਨ ਦਾ ਚਾਨਣ ਹੋਇਆ ਮਾਈ ਜੱਸੀ ਨੂੰ। ਹੁਣ ਨੇਤਰ ਖੋਲ੍ਹ ਕੇ ਕਿਤੇ ਗੁਰੂ ਦੇ ਦਰਸ਼ਨ, ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰ ਰਹੀ ਹੈ, ਕਦੀ ਨੇਤਰ ਬੰਦ ਕਰਕੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੀ ਹੈ। ਅੱਖਾਂ 'ਚੋਂ ਨੀਰ ਰੁਕ ਨਹੀਂ ਰਿਹਾ, ਆਂਸੂ ਰੁਕ ਨਹੀਂ ਰਹੇ। ਫਿਰ ਨਮਨ ਕੀਤਾ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਕਿ ਧੰਨ ਹੋ ਸਤਿਗੁਰ ਪਾਤਸ਼ਾਹ, ਤੁਸੀਂ ਇੱਥੇ ਆਏ ਤੇ ਮੈਨੂੰ ਗਿਆਨ ਦਾ ਚਾਨਣ ਕਰਾਇਆ। ਤੇ ਸਾਧ ਸੰਗਤ ਉਸ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ 7 ਦਿਨ ਤੱਕ ਮਾਈ ਜੱਸੀ ਜੀ ਦੇ ਘਰ ਰੁਕੇ। ਤੇ ਉੱਥੇ ਫਿਰ ਘਰ ਘਰ ਅੰਦਰ ਧਰਮਸਾਲ, ਕੀਰਤਨ ਹੋਵੇ ਸਦਾ ਵਿਸੋਆ। ਇਹ ਉਹ ਗੁਰੂ ਨੇ ਜਿਹੜੇ ਧਰਤੀ 'ਤੇ ਆਏ, ਦੁੱਖਾਂ ਦਾ ਨਾਸ਼ ਕੀਤਾ, ਸੁੱਖਾਂ ਦਾ ਪ੍ਰਕਾਸ਼ ਕੀਤਾ, ਸੱਚ ਨੂੰ ਉਜਾਗਰ ਕੀਤਾ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਸਾਧ ਸੰਗਤ ਗੁਰੂ ਦੀ ਗੱਲ ਹੈ, ਧਿਆਨ ਦੇਣਾ, ਗੁਰੂ ਦੇ ਕੀਤੇ ਹੋਏ ਬਚਨ ਨੇ ਝੂਠੇ ਨਹੀਂ ਹੋ ਸਕਦੇ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਸਾਡੇ ਨਾਲ ਸਦਾ ਅੰਗ ਸੰਗ ਹੈ। ਪਰ ਅਸੀਂ ਹਾਂ ਜੋ ਗੁਰੂ ਤੋਂ ਦੂਰ ਹੋ ਜਾਂਦੇ ਹਾਂ। ਅਸੀਂ ਹਾਂ ਜਿਹੜੇ ਗੁਰੂ ਦੇ ਵਿਚਾਰਾਂ ਨੂੰ ਨਹੀਂ ਸਮਝ ਪਾਉਂਦੇ। ਅਸੀਂ ਹਾਂ ਜਿਹੜੀ ਗੁਰੂ ਦੀ ਸੋਚ ਨੂੰ ਨਹੀਂ ਅਪਣਾ ਪਾਉਂਦੇ। ਸੋ ਗੁਰੂ ਕਿਤੇ ਰਹਿਮਤ ਕਰੇ, ਜਿੱਥੇ ਇਹ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਮੈਂ ਬਿਨੈ ਕਰਾਂ ਉੱਥੇ ਗੁਰੂ ਦੇ ਚਰਨਾਂ ਵਿੱਚ ਬੇਨਤੀ ਜੋਦੜੀ ਅਰਦਾਸ ਕਰਿਆ ਕਰੀਏ, ਪਾਤਸ਼ਾਹ ਆਪ ਜੀ ਦੀ ਪੜ੍ਹੀ ਸੁਣੀ ਬਾਣੀ ਕਿਤੇ ਸਾਡੇ ਆਚਰਣ 'ਤੇ ਆ ਜਾਵੇ, ਸਾਡਾ ਜੀਵਨ ਵੀ ਇਹੋ ਜਿਹਾ ਬਣ ਜਾਵੇ ਜਿਹੋ ਜੀ ਅਸੀਂ ਬਾਣੀ ਪੜ੍ਹਦੇ ਹਾਂ। ਸੋ ਸਤਿਗੁਰ ਪਾਤਸ਼ਾਹ ਸਭਨਾਂ 'ਤੇ ਐਸੀ ਰਹਿਮਤਾਂ ਬਖਸ਼ਿਸ਼ ਕਰੇ। ਆਓ ਪਿਆਰ ਨਾਲ ਫਤਿਹ ਗਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਗੌਰਵਤਾ ਤੇ ਸ਼ਕਤੀ ਦੇ 3 ਸਾਧਨ ਦਿੱਤੇ: ਤਲਵਾਰ, ਕਲਮ ਤੇ ਸੁਗੜ ਨੀਤੀ। ਸਿੱਖਾਂ ਨੇ ਅਨੇਕ ਕਸ਼ਟ ਉਠਾਏ, ਸ਼ਹੀਦੀਆਂ ਪਾਈਆਂ, ਜੰਗ ਲੜੇ, ਅਤੇ ਜਿਸ ਮੁਸਲਮਾਨ ਜਾਂ ਹਿੰਦੂ ਜਾਬਰ ਨੇ ਉਹਨਾਂ ਉੱਤੇ ਜਾਂ ਗਰੀਬ ਜਤਨਾਂ ਉੱਤੇ ਅਤਿਆਚਾਰ ਕੀਤਾ, ਉਹਨਾਂ ਦਾ ਦਮਨ ਕਰਕੇ ਜਾਂ ਈਨ ਮਨਾ ਕੇ ਹਿੱਸਾ ਲਿਆ। ਜਿਸ ਹਿੰਦੂ ਜਾਂ ਮੁਸਲਮਾਨ ਨੇ ਉਹਨਾਂ ਦੇ ਇਹਨਾਂ ਧਰਮ ਯੁੱਧਾਂ ਵਿੱਚ ਸਾਥ ਦਿੱਤਾ, ਉਸ ਨਾਲ ਉਹਨਾਂ ਨੇ ਹਰ ਪ੍ਰਕਾਰ ਦੀ ਸਾਂਝ ਰੱਖੀ। ਮਾਰਚ 1783 ਵਿੱਚ ਸਰਦਾਰ ਬਘੇਲ ਸਿੰਘ ਦੀ ਅਗਵਾਈ ਹੇਠ 30,000 ਸਿੱਖ ਯੋਧਿਆਂ ਨੇ ਦਿੱਲੀ ਉੱਤੇ ਕਬਜ਼ਾ ਕਰ ਲਿਆ, ਅਤੇ ਅੱਜ ਵੀ ਦਿੱਲੀ ਦੇ ਉਸ ਇਲਾਕੇ ਦਾ ਨਾਮ 30 ਹਜ਼ਾਰੀ ਹੈ, ਜਿੱਥੇ ਸਿੱਖ ਫੌਜਾਂ ਨੇ ਕੈਂਪ ਕੀਤਾ ਸੀ। ਉਹਨਾਂ ਦਿਨਾਂ ਵਿੱਚ ਸਿੱਖ ਕੇਵਲ ਦੁਸ਼ਟ ਹਾਕਮਾਂ ਨੂੰ ਸਜ਼ਾ ਦੇਣ ਲਈ ਹੀ ਲੜਦੇ ਸਨ। ਦਿੱਲੀ ਨੂੰ ਆਪਣੇ ਕਬਜ਼ੇ ਵਿੱਚ ਰੱਖ ਕੇ ਇੱਥੇ ਆਪਣੀ ਰਾਜਸੀ ਸ਼ਕਤੀ ਕਾਇਮ ਕਰਨ ਦੀ ਆਕਾਂਖਿਆ ਉਹਨਾਂ ਵਿੱਚ ਉੱਕਾ ਹੀ ਨਹੀਂ ਜਾਗੀ। ਇਹਨਾਂ ਦਿਨਾਂ ਵਿੱਚ ਹੀ ਸਰਦਾਰ ਬਘੇਲ ਸਿੰਘ ਨੇ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਨਿਸ਼ਾਨ ਕਾਇਮ ਕਰਕੇ ਸ਼ਾਨਦਾਰ ਇਮਾਰਤਾਂ ਬਣਵਾਈਆਂ। ਸਭ ਤੋਂ ਪਹਿਲਾਂ ਤੇਲੀਵਾੜੇ ਵਿੱਚ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾਂ ਦੀ ਯਾਦ ਵਿੱਚ ਗੁਰਦੁਆਰਾ ਬਣਵਾਇਆ। ਉਸ ਤੋਂ ਉਪਰੰਤ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਬਾਲਾ ਸਾਹਿਬ, ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਥਾਨ 'ਤੇ
ਗੁਰਦੁਆਰਾ ਸੀਸਗੰਜ ਸਾਹਿਬ ਜੀ ਉਸਾਰੀ ਕਰਵਾਈ। ਗੁਰਦੁਆਰਾ ਰਕਾਬਗੰਜ ਵੀ ਉਸ ਥਾਂ ਬਣਾਇਆ ਗਿਆ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸੰਸਕਾਰ ਕੀਤਾ ਗਿਆ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।